ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨ ਜੋ ਹੈ ਦੁਖ ਨਾ ਸੰਤਾਪੈ। ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁਖ ਨਾ ਸੰਤਾਪੇ। ਹਉ ਮੈਂ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਰਹਾਉ ਗੁਰਮੁਖ ਜੀਵੈ ਮਰੈ ਪਰਵਾਣ, ਆਰ ਜਾ ਨ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਮਰੈ ਨਾ ਕਾਲ ਨਾ ਖਾਏ। ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ। ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੈ ਕੁਲ ਸਗਲੇ ਤਾਰੇ। ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁਖ ਕਦੇ ਨਾ ਲੱਗੈ ਸਰੀਰ। ਗੁਰਮੁਖ ਹਉ ਮੈਂ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ। ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਨਾਮ ਮਿਲੈ ਵਡਿਆਈ। ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹੈ ਦਿਨ ਰਾਤੀ। ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅਨ ਦਿਨ ਸ਼ਬਦੇ ਰਾਤਾ। ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ। ਸ਼ਬਦੇ ਭਗਤ ਕਰਾਵਣਿਆ, ਬਾਜ ਗੁਰੂ ਹੈ ਅੰਧ ਅੰਧਾਰਾ। ਜਮ ਕਾਲ ਗਰਠੇ ਕਰਹਿ ਪੁਕਾਰਾ, ਅਨ ਦਿਨ ਰੋਗੀ ਬਿਸ਼ਟਾ ਕੇ ਕੀੜੇ। ਬਿਸ਼ਟਾ ਮਹਿ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ। ਗੁਰਮੁਖ ਹਿਰਦੈ ਬੁੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ। ਪੂਰੇ ਗੁਰ ਤੇ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ। ਗੁਰਮੁਖ ਹਿਰਦੈ ਬੁੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ। ਪੂਰੇ ਗੁਰ ਤੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਦੇ ਪਲ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਅਗਲੇਰਾ ਸਮਾਂ ਗੁਰਸ਼ਬਦ ਵਿਆਖਿਆਨ ਦਾ ਹੈ। ਮਹਾਰਾਜ ਜੀ ਦੀ ਪਾਵਨ ਬਾਣੀ, ਜੋ ਕਿ ਮਾਝ ਰਾਗ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੰਦੇਸ਼ ਹੈ, ਇਹ ਲੜੀਵਾਰ ਵਿਚਾਰਦਿਆਂ ਸਾਨੂੰ ਅਗਲੇਰਾ ਸ਼ਬਦ ਪ੍ਰਾਪਤ ਹੋਇਆ ਹੈ। ਅੱਜ ਇਸ ਪਾਵਨ ਬਚਨ ਦੀ ਅਸੀਂ ਵਿਆਖਿਆ ਰਹਾਉ ਤੇ ਬੰਦ ਤੋਂ ਪ੍ਰਾਰੰਭ ਕਰਾਂਗੇ। ਨਾਲ ਹੀ ਸਾਡੇ
ਅਕਾਲ ਪੁਰਖ ਵਾਹਿਗੁਰੂ ਦੀ ਨਵਾਜ਼ਿਸ਼ ਦਾ ਇੱਕ ਬੜਾ ਵੱਡਾ ਸੋਰਸ, ਜਿਹਨਾਂ ਨੂੰ ਕਿਹਾ ਜਾਏ ਕਿ ਇੱਕ ਚੱਲਦਾ ਫਿਰਦਾ ਗੁਰਮਤ ਪ੍ਰਚਾਰ ਦਾ ਦਰਿਆ, ਭਾਈ ਸਾਹਿਬ ਭਾਈ ਜਸਵੀਰ ਸਿੰਘ ਖੰਨੇ ਵਾਲੇ, ਜਿਨ੍ਹਾਂ ਨੇ ਗੁਰਸ਼ਬਦ ਦਾ ਤਾਉਮਰ ਸੰਦੇਸ਼ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਗੁਰਬਾਣੀ ਦੀ, ਗੁਰਮਤ ਦੀ ਲਗਨ ਦੀ ਲੋਹ ਲਗਾ ਕੇ ਜਗਾਉਂਦੇ ਰਹੇ, ਜਗਾਇਆ। ਅੱਜ ਉਹਨਾਂ ਦਾ ਅੱਜ ਬਰਸੀ ਹੈ ਉਹਨਾਂ ਦੀ ਮਿੱਠੀ ਯਾਦ ਨੂੰ ਅਸੀਂ ਸਮਰਪਿਤ ਇਸ ਸਮਾਗਮ ਵਿੱਚ ਸ਼ਮੂਲੀਅਤ ਪਾ ਰਹੇ ਹਾਂ। ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜੋ ਸੰਦੇਸ਼, ਜਿਵੇਂ ਅਸੀਂ ਬੀਤੇ ਸ਼ਬਦਾਂ 'ਚ ਵਿਚਾਰ ਰਹੇ ਸੀਗੇ, ਆਪ ਜਪੈ ਅਵਰੈ ਨਾਮ ਜਪਾਏ। ਸਿੱਖੀ ਦਾ ਸੰਦੇਸ਼ ਇਹ ਹੈ, ਆਪ ਕਿਸੇ ਚੰਗੇ ਸੰਕਲਪ ਵਿੱਚ ਜੀਣਾ ਆ, ਹੋਰਨਾਂ ਨੂੰ ਪ੍ਰੇਰਨਾ ਆ। ਬੰਦਾ ਕਈ ਵਾਰ ਆਪ ਹੀ ਭੁੱਲ ਜਾਂਦਾ ਹੈ ਕਿ ਮੇਰੇ ਵਾਸਤੇ ਕੁਝ ਕਰਨ ਲਈ ਇਹੋ ਜਿਹਾ ਕੋਈ ਜੀਵਨ ਦਾ ਮਕਸਦ ਹੈ, ਪਰ ਉਹ ਕੈਸੀਆਂ ਰੂਹਾਂ ਹੋਣਗੀਆਂ ਜਿਨ੍ਹਾਂ ਨੇ ਇਸ ਸੰਕਲਪ ਨੂੰ ਇਕੱਲਾ ਆਪ ਨਹੀਂ ਧਾਰਨ ਕੀਤਾ, ਬਲਕਿ ਸੰਪੂਰਨ ਧਾਰਨ ਕੀਤਾ ਅਤੇ ਆਪ ਜਪਿਆ, ਹੋਰਾਂ ਵਾਸਤੇ ਪ੍ਰੇਰਨਾ ਬਣੇ, ਇੰਸਪੀਰੇਸ਼ਨ ਬਣੇ। ਬੀਇੰਗ ਇੱਕ ਸਟੂਡੈਂਟ ਕਹਿ ਸਕਦਾ ਮੈਂ, ਉਹਨਾਂ ਦੇ ਨਾਲ ਹਰਾਫਤੇਦਾਰੀ ਰਹੀ, ਸਾਂਝ ਰਹੀ, ਬੜਾ ਉਹਨਾਂ ਦੀ ਆਭਾ ਨੂੰ ਮਾਣਿਆ, ਸੁਣਿਆ ਬੜਾ ਕਲੋਜ਼ਲੀ, ਇਸ ਤਰੀਕੇ ਦੇ ਨਾਲ ਉਹਨਾਂ ਦੇ ਸੁਹਾਣੇ ਸ਼ਮੂਲੀਅਤ ਪਾਉਂਦੇ ਰਹੇ, ਉਹਨਾਂ ਦੇ ਉਸ ਸਥਾਨ ਦੇ ਉੱਤੇ ਕਥਾ ਕਰਨੀ, ਲੈਕਚਰ ਕਰਨੇ। ਸੋ ਕਾਈਂਡ ਆਫ ਨੋ ਡਾਊਟ ਐਸੀਆਂ ਪਰਸਨੈਲਿਟੀਜ਼ ਜਦੋਂ ਵਿਦਾ ਹੁੰਦੀਆਂ ਨੇ ਧਰਤੀ ਤੋਂ, ਤੇ ਬੜਾ ਵੱਡਾ ਇੱਕ ਖਲਾ ਪੈਦਾ ਹੁੰਦਾ ਹੈ ਕੌਮੀ ਤੌਰ 'ਤੇ ਹੋਰ ਰੂਪ ਦੇ 'ਚ। ਬਟ ਦੈਟ ਟਾਈਮ ਵੀ ਹੈਡ ਸਮ ਕਾਈਂਡ ਆਫ ਪਰਸਨਲ ਲਾਸ, ਵੀ ਹੈਵ ਇੱਕ ਤਰ੍ਹਾਂ ਦਾ ਜਿਵੇਂ ਪਰਿਵਾਰਕ ਮੈਂਬਰ ਜਿਹੜਾ ਇੱਕ ਬੜਾ ਕਲੋਜ਼ ਬਾਏ, ਇਮੋਸ਼ਨਲੀ ਬੜੇ ਵੱਡੇ ਲੈਵਲ 'ਤੇ ਉਹ ਚੀਜ਼ ਆਈ। ਖੈਰ, ਪਰ ਇਹ ਹੈ ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸਭ ਨੇ ਕਿਹਾ ਕੁਝ ਐਸੀਆਂ ਰੂਹਾਂ ਜਿਨ੍ਹਾਂ ਬਾਬਤ ਕੇ ਸਫਲ ਜਨਮ ਹਰ ਜਨ ਕੋ ਉਪਜਿਓ, ਜਿਨ ਕੀਨੋ ਸੌਂਤ ਵਿਧਾਤਾ। ਐਸੀ ਇੰਸਪੀਰੇਸ਼ਨ, ਐਸਾ ਜੀਵਨ ਜਿਹਨੂੰ ਬੰਦਾ ਵੇਖੇ ਤੇ ਇੱਕ ਅਹਿਸਾਸ ਆਏ, ਦਾਤਾ ਚਲੋ ਇਹੋ ਜਿਹੇ ਤੇ ਨਹੀਂ, ਇਸ ਲੈਵਲ ਤੇ ਸ਼ਾਇਦ ਅਸੀਂ ਨਾ ਪਹੁੰਚ ਸਕੀਏ, ਪਰ ਐਟਲੀਸਟ ਇਹਨਾਂ ਦੇ ਫੁੱਟਪ੍ਰਿੰਟਸ ਹੀ ਫੋਲੋ ਕਰ ਸਕੀਏ, ਇਹਨਾਂ ਦੇ ਸਟੈਪਸ ਜਿਹੜੇ ਨੇ ਉਹਨਾਂ ਦੇ ਉੱਤੇ ਤੁਰ ਸਕੀਏ। ਸੋ ਇਹੋ ਜਿਹੀ ਇੱਕ ਰੂਹ, ਇਹੋ ਜਿਹੀ ਇੱਕ ਸ਼ਖਸੀਅਤ ਜਿਨ੍ਹਾਂ ਦਾ ਅਸੀਂ ਇੱਕ ਪਿਆਰ ਸਨੇਹ ਮਾਣਿਆ, ਅਤੇ ਅਜੇ ਤੱਕ ਵੀ ਪਰਿਵਾਰਾਂ ਵਿੱਚ ਸਿੱਖੀ ਦੀ ਲਗਨ ਆ, ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਯਾਦ ਆਉਂਦਾ ਆ। ਅਤੇ ਤਾ ਉਮਰ, ਅਤੇ ਉਹ ਦੌਰ ਜਦੋਂ ਦੇਹ ਪ੍ਰਸਤਗੀ, ਮਤਲਬ ਤੁਸੀਂ ਚਾਰ ਚਪੇਰੇ ਮਾਫੀ ਮੰਗਾਂਗਾ ਮੈਂ, ਲਫ਼ਜ਼ ਵੀ ਜਿਹੜਾ ਭਾਈ ਸਾਹਿਬ ਆ, ਐਕਚੁਅਲ ਲੈਵਲ 'ਤੇ ਇਸ ਲਫ਼ਜ਼ ਨੂੰ ਉਹਨਾਂ ਨੇ ਉਸ ਸਤਿਕਾਰ ਦਾ ਕਾਇਮ ਰੱਖਿਆ ਜਿਹੜਾ ਸਾਡਾ ਟ੍ਰੈਡੀਸ਼ਨਲ ਸੀਗਾ। ਅਦਰਵਾਈਜ਼ ਜੁਮੇ 4 ਦਿਨ ਲੋਕਾਂ ਨੂੰ ਕੁਝ ਹੋਇਆ ਨਹੀਂ ਗਾ, ਧਾਰਮਿਕ ਤੌਰ 'ਤੇ ਕੋਈ ਦੀਵਾਨ ਲਾਉਂਦਿਆਂ ਕਿਸੇ ਤਰੀਕੇ ਨਾਲ, ਤੇ ਬੰਦਾ ਪੈਰ ਛੱਡ ਜਾਂਦਾ ਸੀਗਾ। ਏਡੇ ਏਡੇ ਵੱਡੇ ਲਕਬ, ਟਾਈਟਲਸ, ਐਡਜੈਕਟਿਵਸ ਲਾ ਕੇ ਲੋਕੀ ਆਪਣੇ ਨਾਂ ਲਿਖਦੇ ਸੀਗੇ ਉਸ ਦੌਰ ਦੇ ਵਿੱਚ। ਤੇ ਫਿਰ ਐਸਾ ਨਹੀਂ ਕਿ ਮਤਲਬ ਕਿਤੇ ਪਿੰਡ ਥਾਂ ਦੇ ਵਿੱਚ ਕਿਤੇ ਬੈਠ ਗਏ ਤੇ ਉੱਥੇ ਜਾ ਕੇ ਕੋਈ ਆਪਣਾ ਡੇਰਾ ਬਣਾ ਲਿਆ, ਤੇ ਉਸ ਡੇਰੇ ਦੇ ਵਿੱਚ ਇਕੱਠੇ ਕਰ ਲਏ ਲੋਕ ਜਿਨ੍ਹਾਂ ਦਾ ਵਿਚਾਰਿਆਂ ਦਾ ਨਾ ਲਿਟਰਸੀ ਲੈਵਲ ਆ, ਕੋਈ ਨਾ ਕੁਛ ਆ, ਤੇ ਉਹਨਾਂ ਵਿਚਾਰਿਆਂ ਨੇ ਦੇਖਿਆ ਮਿਸਮਰਾਈਜ਼ ਹੋ ਗਏ, ਤਲਿਸਮ ਹੋ ਗਿਆ ਅੱਖਾਂ ਦੇ ਵਿੱਚ, ਉਹ ਐਡਾ ਡੇਰਾ ਬਣ ਗਿਆ, ਬੜੀ ਕਿਰਪਾ ਹੋਏਗੀ ਬਾਬਾ ਜੀ ਤੇ ਇਸ ਕਿਸਮ ਦੇ ਨਾਲ। ਨਾ, ਉਸ ਕਮਿਊਨਿਟੀ 'ਚ ਇਨਵੋਲਵ ਹੋਏ ਜਿਹਦੇ 'ਚ ਐਜੂਕੇਸ਼ਨ ਸੀ, ਸਟੇਟਸ ਸੀ, ਜਿਹੜੀ ਕਮਿਊਨਿਟੀ ਇਹ ਸੋਚਦੀ ਸੀ ਨਹੀਂ ਧਰਮ ਨਾਲ ਸਾਡਾ ਵਾਸਤਾ ਨਹੀਂ ਗਾ। ਉਹਨਾਂ ਨੇ ਕਿਹਾ ਕਿਉਂ ਨਹੀਂ ਵਾਸਤਾ, ਜਿਵੇਂ ਬੰਦਾ ਬਾਂਹ ਫੜ ਕੇ ਤੋਰਦਾ ਉਸ ਪਾਸੇ। ਅਸੀਂ ਖੁਦ ਉਹਨਾਂ ਦੇ ਪ੍ਰੋਗਰਾਮ ਇਸ ਤਰੀਕੇ ਦੇ ਕਾਲਜ ਸਟੂਡੈਂਟਸ ਵਾਸਤੇ, ਪ੍ਰੋਫੈਸ਼ਨਲਸ ਵਾਸਤੇ ਅਸੀਂ ਕਹਿਣਾ ਕਿ ਇਹੋ ਜਿਹੀ ਮਤਲਬ ਇਹ, ਤੇ ਮਾਫੀ ਮੰਗਾਂਗਾ ਫਿਰ ਇਹ ਕਈ ਵਾਰ ਐਸਾ ਹੁੰਦਾ ਐਡਾ ਖਲਾ ਪੈ ਜਾਂਦਾ ਹੈ। ਮਤਲਬ ਇਹੋ ਜਿਹੀ ਹਸਤੀ ਜਿਹੜੀ ਸੀਗੀ, ਜਿਵੇਂ ਭਾਈ ਵੀਰ ਸਿੰਘ ਜੀ ਦੀ ਬਾਤ ਕਰਦੇ ਹਾਂ ਅਸੀਂ ਕਈ ਵਾਰੀ, ਐਸੀ ਸ਼ਖਸੀਅਤ ਜਿਨ੍ਹਾਂ ਦੀ ਮਤਲਬ
सोहबत, सोहबत एक पंजाबी का बड़ा प्यारा लफज आ। When you are just sitting close by, that's more than enough. You don't have to talk, you don't have to say, just you have kind of company, you're sitting nearby that kind of personality. ਉਹਦੀ ਇੱਕ ਆਭਾ ਜਿਹੜੀ ਇੱਕ ਸਪਿਰਿਚੁਅਲ ਇੱਕ ਜਿਹੜਾ ਇੱਕ ਮੰਡਲ ਆ, ਐਸੀਆਂ ਹਸਤੀਆਂ ਤੇ ਇਹਦੇ ਪ੍ਰਭਾਵ ਦੇ ਵਿੱਚੋਂ ਵਾਕਿਆ 'ਚ ਹੀ ਬੰਦੇ ਦਾ ਰੱਬ ਤੇ ਰੱਬ ਦੇ ਬਣਾਏ ਸੰਸਾਰ ਦੇ ਵਿੱਚ ਵਿਸ਼ਵਾਸ ਕਾਇਮ ਹੁੰਦਾ ਆ। ਸੋ ਐਸੀ ਹਸਤੀ ਆਪਾਂ ਸ਼ਬਦ ਨਾਲ ਲੈਂਦੇ ਹਾਂ। ਬਾਈ ਚਾਂਸ ਸ਼ਬਦ ਵੀ ਗੁਰੂ ਬਾਬਾ ਜੀ ਗੁਰੂ ਅਮਰਦਾਸ ਸਾਹਿਬ ਦੀ ਲੜੀਵਾਰ ਰੂਪ ਜਿਹੜਾ ਆ ਰਿਹਾ ਹੈਗਾ, ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ। ਹਉ ਵਾਰੀ ਜਿਉ ਵਾਰੀ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਵਾਰਨੇ ਜਾਣਾ, ਕੁਰਬਾਨ ਜਾਣਾ ਕਿੰਨਾ ਤੋਂ ਜੀ? ਹਰ ਹਰ ਨਾਮ ਸੁਹਾਵਣਿਆ, ਜਿਨ੍ਹਾਂ ਦਾ ਜੀਵਨ ਸੁਹੱਪਣ ਨਾਲ ਭਰ ਗਿਆ। ਤੇ ਸੁਹੱਪਣ ਨਾਲ ਕਿਵੇਂ ਭਰ ਗਿਆ? ਕਿਉਂਕਿ ਉਹਦੇ ਚ ਨਾਮ ਦੀ ਆਭਾ ਮੰਡਤ ਹੈ। ਨਾਮ ਦੀ ਆਭਾ ਮੰਡਤ ਨੂੰ ਇਸ ਤਰ੍ਹਾਂ ਜਾਣਨਾ, ਆਪਾਂ ਸ਼ਬਦ ਪੜ੍ਹਦੇ ਹਾਂ, ਬਹੁਤ ਸਾਰੇ ਪ੍ਰਮਾਣ ਸ਼ਬਦ ਗੁਰਬਾਣੀ 'ਚ ਵੱਖਰੇ ਵੱਖਰੇ ਮਿਲਦੇ। ਮੈਂ ਲਿਟਰਲੀ ਤੌਰ 'ਤੇ ਜੋ 2-4 ਨੂੰ ਬਿਆਨ ਕਰਾਂ ਤੇ ਇੱਕ ਸ਼ਬਦ 'ਚ ਪੜ੍ਹਦੇ ਹਾਂ, ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ, ਮਨ ਅੰਧੇ ਊਂਧਾ ਕਮਲ ਦਿਸਨ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੂਝਣ ਤੇ ਨੜ ਸੁਗੜ ਸਰੂਪ। ਕਿਆ ਕੁਝ ਐਸੇ ਵੀ ਹੁੰਦੇ ਨੇ ਮਨ ਦੀ ਹਨੇਰੀ ਦੁਨੀਆ 'ਚ ਗਵਾਚ ਗਏ। ਮਨ ਜਿਹਨੂੰ ਕਹਿ ਲਓ ਬਿਨਾਂ ਸੋਚੇ ਸਮਝੇ, ਬਿਨਾਂ ਕੋਈ ਫਿਲਟਰ ਲਾਇਆ, ਜਿਵੇਂ ਕਿਸੇ ਨੇ ਰਾਹ ਦਿੱਤੀ, ਵਿਚਾਰ ਦਿੱਤਾ, ਖਿਆਲ ਦਿੱਤਾ, ਆਲੇ ਦੁਆਲੇ ਵੇਖਿਆ, ਓਬਜ਼ਰਵ ਕੀਤਾ, ਜਿਹੜਾ ਲੱਗਾ ਆ ਰਾਹ ਸੌਖਾ ਆ, ਇਸ ਰਾਹ ਦੇ ਉੱਤੇ ਜਾ ਕੇ ਮੈਨੂੰ ਕੰਫਰਟ ਮਿਲੇਗਾ, ਇਸ ਰਾਹ 'ਤੇ ਜਾ ਕੇ ਮੈਨੂੰ ਵਕਾਰਾਂ ਦੀ ਮੇਰੀ ਸੋਚ ਪੂਰੀ ਹੋ ਜਾਏਗੀ, ਇਸ ਰਾਹ ਦੇ ਉੱਤੇ ਮੈਨੂੰ ਪਦਾਰਥਕ ਪ੍ਰਾਪਤੀ ਹੋ ਜਾਏਗੀ। ਫੜ ਲਿਆ, ਹੋਇਆ ਕਿ ਉਹ ਮਨ ਦੇ ਅੰਨੇ ਖੂਹ 'ਚ ਡਿੱਗਦਾ ਲਗਾ ਗਿਆ। ਮਨੋ ਜੇ ਅੰਧੇ ਕੂਪ, ਫਿਰ ਕਹਿਆ ਬਿਰਧ ਨਾ ਜਾਣਨੀ। ਕਿਸੇ ਨੇ ਕਹਿਣ ਦੀ ਵੀ ਟਰਾਈ ਕੀਤੀ, ਸਮਝਾਉਣ ਦੀ ਵੀ ਟਰਾਈ ਕੀਤੀ, ਉਹ ਰਾਹ ਠੀਕ ਨਹੀਂ ਗਾ, ਇਸ ਪਾਸੇ ਨਹੀਂ ਜਾਣਾ ਚਾਹੀਦਾ। ਪਰ ਉਹ ਕਹਿਆ ਬਿਰਧ, ਖੂਹ 'ਚ ਡਿੱਗੇ ਨੂੰ ਕਿੱਥੇ ਉਹ ਗੱਲ ਸੁਣੇ। ਆਪ ਦੇਖੋ ਨਾ, ਜਿੰਨੀ ਦੂਰੀ ਬਣ ਜਾਏ ਬੰਦੇ ਦੀ, ਦੂਰੀ ਸਿਰਫ ਫਿਜ਼ੀਕਲ ਇਸ ਤਰ੍ਹਾਂ ਨਹੀਂ ਹੁੰਦੀ ਵੀ ਕਿਸੇ ਨੂੰ ਤੁਸੀਂ ਆਵਾਜ਼ ਦਿੰਦਾ ਆਵਾਜ਼ ਸੁਣਦੀ ਨਹੀਂ ਗੀ। ਮਾਫੀ ਚਾਹਾਂ, ਘਰਾਂ ਦੇ ਵਿੱਚ ਕਈ ਵਾਰੀ ਅਸੀਂ ਬੱਚਿਆਂ ਨੂੰ ਕੰਨਾਂ ਦੇ ਕੋਲ ਬੈਠ ਕੇ ਗੱਲਾਂ ਕਰਦੇ ਹਾਂ, ਦੱਸਦੇ ਹਾਂ ਵੀ ਭਾਈ ਆਹ ਠੀਕ ਆ ਨਹੀਂ ਠੀਕ। ਪਰ ਭਗਤ ਫਰੀਦ ਜੀ ਦਾ ਬਚਨ ਪੜ੍ਹਦੇ ਨਾ ਵੀ ਫਰੀਦਾ ਜੋ ਚੰਗ ਕਹਿੰਦੇ ਆ, ਕੂ ਕਹਿੰਦੇ ਆ, ਚੰਗ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ। ਕੂਕਾਂ ਮਾਰਦੇ ਆ, ਚਾਂਗਾ ਮਾਰਦੇ ਆ, ਮੱਤਾਂ ਦਿੰਦੇ ਆ, ਸੁਣਦਾ ਹੀ ਨਹੀਂਗਾ। ਕਿਉਂ? ਇਹ ਡਿਸਟੈਂਸ ਫਿਜ਼ੀਕਲੀ ਨਹੀਂ ਹੈਗਾ, ਇਹ ਆਈਡੀਓਲੋਜੀਕਲ ਹੋ ਗਿਆ ਹੈ। ਉਹਦਾ ਆਈਡੀਅਲ ਕੁਝ ਹੋਰ ਬਣ ਗਿਆ, ਸਾਡਾ ਆਈਡੀਅਲ ਕੁਝ ਹੋਰ ਹੈਗਾ। ਇਹਦੇ 'ਚ ਮਿਸਮੈਚ ਹੋ ਗਿਆ। ਜਦੋਂ ਇਹ ਹਾਲਤ ਬਣ ਜੇ, ਇਹ ਹੈ ਕਹਿਆ ਬਿਰਧ ਨਾ ਜਾਣਨੀ। ਜਿੰਨੀ ਮਰਜ਼ੀ ਬਿਰਧ ਪਾਲਕ, ਬੜੀ ਸੁਭਾਵਕ ਸਚਾਈ ਵਾਲੀ ਚੰਗੇਰੀ ਗੱਲ ਹੋਏ, ਉਹਨੂੰ ਸਮਝ ਨਹੀਂ ਆਉਂਦੀ, ਉਹਨੂੰ ਅਹਿਸਾਸ ਨਹੀਂ ਆਉਂਦਾ ਇਸ ਗੱਲ ਦਾ। ਇਹ ਬਹੁਤ, ਜਿਹਨੂੰ ਗੁਰੂ ਬਾਬਾ ਜੀ ਨੇ ਕਿਹਾ, ਇਹ ਕਰੂਪ ਜੀਵਨ ਹੈ। ਇਹਦੀ ਅਰਦਾਸ ਕਰੀਏ ਇਹੋ ਜਿਹਾ ਜੀਵਨ ਕਿਸੇ ਦੁਸ਼ਮਣ ਨੂੰ, ਕਿਸੇ ਦੁਰਾਡੇ ਵਾਲੇ ਨੂੰ ਵੀ ਨਾ ਮਿਲੇ। ਮਾਲਕਾ ਇਹ ਕਰੂਪ ਜੀਵਨ ਤੋਂ ਸਭ ਨੂੰ ਬਚਾਈ। ਹਾਂ, ਇੱਕ ਕਹਿ ਜਾਣਨ, ਕਹਿ ਜਾਣਨ, ਜੇ ਕੋਈ ਗੱਲ ਕਰੇ ਉਸ ਗੱਲ ਨੂੰ ਬੜੇ ਡੀਪ ਲੈਵਲ ਤੇ ਜਾਣਨ ਤੇ ਸਮਝਣ, ਬੜੀ ਗਹਿਰੇ ਰੂਪ ਦੇ 'ਚ ਇਸ ਤਰੀਕੇ ਨਾਲ ਜਾਣ ਲੈਣ, ਸਮਝ ਲੈਣ। ਜਿਵੇਂ ਆਪਾਂ ਬਾਤ ਕੀਤੀ ਹੈ ਤੇ ਹਸਤੀਆਂ ਜਿਨ੍ਹਾਂ ਨੇ ਸ਼ਬਦ ਤੋਂ ਬਿਨਾਂ ਕੋਈ ਗੱਲ ਹੀ ਨਾ ਕੀਤੀ, ਬਾਣੀ ਦਾ ਮੈਂ ਵੀ ਬੇਨਤੀ ਕਰਾਂਗਾ। ਜਿਵੇਂ ਅਸੀਂ ਸਟੂਡੈਂਟ ਸੀ ਕਿ ਸਾਡੇ ਬਾਰੇ ਬਾਤ ਹੋਈ ਕਿ ਗੁਰਬਾਣੀ, ਗੁਰੂ ਸ਼ਬਦਾਂ ਨੂੰ ਇਸ ਤਰੀਕੇ ਨਾਲ ਪੜ੍ਹਨਾ ਕਿ ਉਹ ਅੰਦਰ ਸਾਡੇ ਪੂਰੀ ਤਰ੍ਹਾਂ ਘਰ ਕਰ ਜਾਣ। ਇਹਦੀ ਪ੍ਰੇਰਨਾ ਸਾਨੂੰ ਭਾਈ ਸਾਹਿਬ ਭਾਈ ਜਸਵੀਰ ਸਿੰਘ ਤੋਂ ਮਿਲੀ ਐਕਚੁਅਲ ਲੈਵਲ ਤੇ। ਮਤਲਬ ਕੋਈ ਗੱਲ ਕਰਨੀ ਸ਼ਬਦ ਨਾਲ ਹੀ ਕਰਨੀ, ਗੁਰਬਾਣੀ ਦੀ ਪੰਕਤੀ ਨਾਲ ਹੀ ਕਰਨੀ, ਅਹਿਸਾਸ ਹੋਣਾ ਇਹ ਗੁਰੂ ਸਾਹਿਬ ਦੀ ਬਾਣੀ ਦਾ ਬੋਲ ਹੈ, ਇਹ ਬਚਨ ਉੱਥੋਂ ਆ ਰਿਹਾ। ਇਸ ਕਿਸਮ ਦੀ ਬਾਤ ਜਿਹੜੀ ਅੰਦਰ ਉਸ ਕਿਸਮ ਨਾਲ ਧੱਸਦੀ ਲੱਗੇਗੀ, ਅੰਦਰ ਅੰਦਰ ਚੱਲਦੀ ਲੱਗੇਗੀ, ਜਿਹੜੀ ਨਹੀਂ ਤੇ ਅਦਰਵਾਈਜ਼ ਕੀ ਹੁੰਦਾ ਕਿ ਬੰਦੇ ਦੇ ਕੋਲ ਕਈ ਵਾਰੀ ਆਲੇ ਦੁਆਲੇ ਬਹੁਤ ਕੁਝ ਚੰਗਾ ਪਿਆ ਹੁੰਦਾ ਆ, ਪਰ ਬੰਦਾ ਉਸ ਚੰਗਿਆਈ ਅੱਛਾਈ ਨੂੰ ਫੜ ਹੀ ਨਹੀਂ ਪਾਉਂਦਾ। ਹੁਣ ਗੁਰਸ਼ਬਦ ਤੋਂ ਚੰਗੀ ਚੀਜ਼ ਕਿਹੜੀ ਹੋਏਗੀ? ਜੇ ਬੰਦਾ ਇਤਨੀ ਬਾਣੀ ਨੂੰ ਪੜ੍ਹੇਗਾ, ਗੁੜੇਗਾ, ਉਹਨੂੰ ਲਗਾਤਾਰ ਅਲਾਪੇਗਾ, ਆਖਰਕਾਰ ਉਹ ਬਾਣੀ ਦੀਆਂ ਸਤਰਾਂ, ਪੰਕਤੀਆਂ, ਬਚਨ, ਵਿਚਾਰ ਉਹ ਕਿਤੇ ਨਾ ਕਿਤੇ ਅੰਦਰ ਜ਼ਹਿਨੀਅਤ ਦੇ ਵਿੱਚ ਜਿਹੜਾ ਹੈਗਾ ਉਹ ਅਸਰ ਪਾ ਜਾਣਗੇ।
ਫਿਰ ਅਗਲੀ ਬਾਤ ਇਹ ਹੈ, ਆਲੇ ਦੁਆਲੇ ਤੁਹਾਡੇ ਕੁਝ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਕੋਈ ਰੁਤਬਾ ਬੜਾ ਦਿਗਰ ਹੁੰਦਾ, ਬੜਾ ਉੱਚਾ ਹੁੰਦਾ ਆ। ਜਿਵੇਂ ਸਪੋਜ਼ ਸਰਲ ਬਾਤ ਕਰਾਂ, ਮੈਨੂੰ ਯਾਦ ਆ, ਆਪਨੇ ਮਾਹੌਲ ਦੇਖਿਆ ਹੋਵੇਗਾ ਇੰਡੀਆ ਦੇ ਵਿੱਚ, ਗ੍ਰੇਡ 10 ਕੀਤਾ, ਗ੍ਰੇਡ 10 ਤੱਕ ਬੜਾ ਮਤਲਬ ਡਰ ਹੁੰਦਾ ਟੀਚਰਸ ਦਾ ਉਸ ਤਰੀਕੇ ਨਾਲ। ਗ੍ਰੇਡ 11 ਜਿਹੜਾ ਹੁੰਦਾ, ਜਿਹਨੂੰ +1 ਕਿਹਾ ਜਾਂਦਾ, ਉੱਥੇ ਇੱਕਦਮ ਖੁੱਲ੍ਹੀ ਫਿਜ਼ਾ ਮਿਲਦੀ ਹੈ। ਸਬਜੈਕਟ ਪਹਿਲਾਂ 7 ਹੁੰਦੇ ਨੇ, ਮੈਨੂੰ ਤਾਂ ਪਤਾ ਨਹੀਂ ਸਾਡੇ 'ਤੇ, ਕਿਉਂਕਿ ਮੈਂ ਜਿਹੜਾ ਲੋਕਲ ਬੋਰਡ 'ਚ ਪੜ੍ਹਿਆ ਹੈਗਾ, CBSE ਜਾਂ ਹੋਰ ਬੋਰਡ 'ਚ ਸ਼ਾਇਦ ਡਿਫਰੈਂਟ ਹੋਏ, ਪਹਿਲਾਂ ਸਬਜੈਕਟ 7 ਹੁੰਦੇ ਸੀ, ਫਿਰ ਸਬਜੈਕਟ ਘੱਟ ਕੇ 5 ਹੋ ਜਾਂਦੇ ਨੇ। ਸੋ ਦੈਟ ਮੀਨ ਯੂ ਹੈਵ ਮੋਰ ਟਾਈਮ। ਫਿਰ ਸੈਕਿੰਡ ਚੀਜ਼ ਹੁੰਦੀ ਹੈ, ਤੁਹਾਡਾ ਸਕੂਲ ਟਾਈਮ ਘੱਟ ਜਾਂਦਾ ਹੈ। ਮਤਲਬ ਪਹਿਲਾਂ ਤੁਹਾਡੇ ਕੋਲ ਜਿੱਥੇ 7 ਘੰਟੇ 6-7 ਘੰਟੇ ਦਾ ਸਕੂਲ ਸੀਗਾ, 6-7 ਪੀਰੀਅਡ ਲੱਗਦੇ ਸੀਗੇ, ਹੁਣ ਤੁਹਾਡੇ ਕੋਲ 5 ਪੀਰੀਅਡ ਲੱਗਣਗੇ। ਸੋ ਡੈਫੀਨੇਟਲੀ ਯੂ ਹੈਵ ਲੈਸ ਟਾਈਮ, ਯੂ ਹੈਵ ਮੋਰ ਫਰੀਡਮ, ਯੂ ਹੈਵ ਲੈਸ ਸਬਜੈਕਟ, ਯੂ ਡੋਂਟ ਹੈਵ ਐਕਚੁਅਲੀ ਜਿਹੜਾ ਹੈਗਾ ਉਹ ਉਸ ਤਰੀਕੇ ਨਾਲ ਨਹੀਂ। ਥੋੜ੍ਹਾ ਸਰੀਰ ਵੀ ਵੱਡਾ ਹੋ ਰਿਹਾ ਹੈ, ਹਾਰਮੋਨਸ ਬਦਲ ਰਹੇ ਨੇ, ਸੋ ਇਹ ਸਾਰੇ ਦੇ ਨਾਲ ਇੱਕ ਵੱਖਰੀ ਦੁਨੀਆ ਲੱਗਣੀ ਸ਼ੁਰੂ ਹੋ ਜਾਂਦੀ ਹੈ। ਮੈਨੂੰ ਯਾਦ ਆ, ਉੱਥੇ ਕੁਝ ਸੀਨੀਅਰ ਸਟੂਡੈਂਟਸ ਵੀ ਹੁੰਦੇ ਨੇ ਕਈ ਵਾਰੀ, ਜਿਹੜੇ ਉਸ ਕਿਸਮ ਦੇ ਖੜੂਦੀ ਵੀ ਹੁੰਦੇ ਨੇ, ਹੋਰ ਚੀਜ਼ਾਂ ਦੇ ਬਾਬਤ। ਇਹਨਾਂ ਕਲਚਰ 'ਚ ਵੀ ਤੁਸੀਂ ਦੇਖ ਹੀ ਸਕਦੇ ਹੋ ਸਭ ਕੁਝ। ਖੈਰ, ਉੱਥੇ ਇੱਕ ਸਾਡਾ ਪ੍ਰੋਫੈਸਰ ਲੈਕਚਰਾਰ ਹੈ, ਅਤੇ ਉਸ ਨੇ ਆਏ ਬੱਚਿਆਂ ਦੀਆਂ ਜਿਹੜਾ ਨੇ, ਜਿਵੇਂ ਜਿਹਨੂੰ ਇੱਥੇ ਅਸੀਂ ਕਹਿ ਦਿੰਦੇ ਹਾਂ ਸਾਡਾ ਹੋਮ ਟੀਚਰ, ਜਿਹੜਾ ਸਕੂਲ ਟੀਚਰ ਇੰਚਾਰਜ ਹੁੰਦਾ ਕਲਾਸ ਦਾ, ਉਹਨੇ ਖੜੇ ਇੱਕ ਦੋ ਨੂੰ ਖੜਾ ਕੀਤਾ ਵਿੱਚੋਂ। ਓਕੇ, ਤੇਰੇ ਮੈਥ 'ਚ ਮਾਰਕਸ ਕਿੰਨੇ ਨੇ, ਇੰਗਲਿਸ਼ 'ਚ ਕਿੰਨੇ ਨੇ, ਓਕੇ ਲਿਟਰੇਚਰ 'ਚ ਕੀ ਲਿਆ ਤੂੰ, ਇਸ ਕਿਸਮ ਨਾਲ 2-4 ਚੀਜ਼ਾਂ ਪੁੱਛ ਪੜਤਾਲੀਆਂ। ਪੜਤਾਲ ਕੇ ਵਿੱਚੋਂ 5-6 ਬੱਚੇ ਸਾਈਡ 'ਤੇ ਕੱਢ ਲਏ। ਬਾਕੀ ਕਲਾਸ ਕਿਹਾ ਤੁਹਾਨੂੰ ਜਾਓ, ਛੁੱਟੀ ਆ, ਪਾਣੀ ਪੂਣੀ ਪੀ ਕੇ ਆਓ, ਖੇਡ ਕੇ ਆਓ, ਸਾਰਾ ਕੁਛ ਠੀਕ ਹੈ। ਚਲੇ ਗਏ। 5-6 ਬੱਚੇ ਖੜੇ ਹੋ ਗਏ, ਜਿਨ੍ਹਾਂ 'ਚ ਮੈਂ ਵੀ ਸੀਗਾ। ਸਾਨੂੰ ਕਹਿੰਦਾ, ਤੁਸੀਂ ਪਾਸ ਹੋਣਾ ਆ, ਤੁਸੀਂ ਯੂਨੀਵਰਸਿਟੀ ਜਾਣਾ ਆ, ਤੁਸੀਂ ਕੱਲ੍ਹ ਨੂੰ ਕੁਝ ਬਣਨਾ ਆ, ਮੈਂ ਇੱਥੇ ਖੜਾ ਆ, ਤੁਸੀਂ ਇਸ ਪੋਜੀਸ਼ਨ 'ਤੇ ਵੀ ਨਹੀਂ ਆਉਣਾ, ਇਸ ਤੋਂ ਹਾਇਰ ਪੋਜੀਸ਼ਨ 'ਤੇ ਜਾਣਾ। ਆਈ ਕੈਨ ਸੀ। ਆਪ ਅਹਿਸਾਸ ਕਰੋ ਕਿ ਉਹਦੇ ਬੋਲ ਨਹੀਂ ਸੀਗੇ ਉਹ ਅਸਲ ਦੇ ਵਿੱਚ। ਦੋਜ਼ ਵਰ ਨੋਟ ਜਸਟ ਹਿਸ ਟਾਕ, ਨੋ। ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਕੋਈ ਸ਼ਖਸ ਸਾਨੂੰ ਸਾਡਾ ਫਿਊਚਰ ਵਿਖਾ ਰਿਹਾ ਸਾਹਮਣੇ। ਹਾਂ, ਇਹ ਸਭ ਕੁਝ ਪੋਸੀਬਲ ਹੋਏਗਾ, ਸਭ ਕੁਝ ਕਰ ਸਕੋਗੇ, ਪਰ ਤੁਸੀਂ ਅੱਜ ਜਿੰਨਾ ਮੈਂ ਕਲਾਸ ਭੇਜੀ ਸਾਰੀ ਬਾਹਰ ਜਾਂ ਹੋਰ ਸਾਰਾ, ਕਿਸੇ ਦੀ ਗੱਲ ਨਹੀਂ ਸੁਣਨੀ। ਕੋਈ ਤੁਹਾਨੂੰ ਸ਼ਰਾਰਤ, ਇੱਲਤ, ਸਕੂਲ ਭੱਜਣ ਦੇ ਕਿਸੇ ਕਿਸਮ ਦੀ ਗੱਲ ਕਰੇ, ਮੈਨੂੰ ਆ ਕੇ ਕਹਿਣਾ। ਮੈਨੂੰ ਕਹੋਗੇ, ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕੇਗਾ, ਕੋਈ ਤੁਹਾਨੂੰ ਕੁਝ ਨਹੀਂ ਕਹਿ ਸਕੇਗਾ। ਮੈਨੂੰ ਨਹੀਂ ਕਹੋਗੇ, ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦਿਆਂਗਾ। ਪੱਕੀ ਚੇਤ ਰੱਖੋ, ਕਿਉਂਕਿ ਮੈਂ ਦੇਖ ਰਿਹਾ ਤੁਸੀਂ ਕਿਤੇ ਜਾ ਪਾਓਗੇ। ਇੱਕ ਕਹਿ ਜਾਣਨਾ ਐਕਚੁਅਲ ਲੈਵਲ ਤੇ ਦੇਖੋ, ਗੱਲ ਇਹ ਹੈ, ਜਦੋਂ ਕਿਸੇ ਦਾ ਬੋਲ ਗਹਿਰਾ ਉਸ ਤਰੀਕੇ ਨਾਲ ਜ਼ਹਿਨ 'ਚ ਪੈ ਜਾਂਦਾ। ਹੁਣ ਉਹ ਚੀਜ਼ ਐਸੀ ਬਾਤ ਆਈ, ਉਸ ਤੋਂ ਬਾਅਦ ਇੱਕ ਰਾਬਤਾ ਬਣਿਆ, ਤੇ ਉਹਨਾਂ ਨੂੰ ਅਸੀਂ ਕਈ ਵਾਰ ਕੋਈ ਗੱਲ ਕਹਿਣੀ, ਜਾ ਕੇ ਦੱਸਣੀ ਵੀ ਓਕੇ ਸਰ, ਫਲਾਣਾ ਬੱਚਾ ਸਾਨੂੰ ਕਹਿ ਰਿਹਾ ਸੀਗਾ ਕਿ ਯੂ ਡੋਂਟ ਹੈਵ ਟੂ ਐਕਚੁਅਲੀ ਡੂ ਦੈਟ ਮਚ ਹਾਰਡ ਵਰਕ। ਆਪਾਂ ਪੇਪਰ 'ਚ ਨਕਲ ਮਾਰ ਲੈਣੀ ਹੈ, ਆਪਾਂ ਵਧੀਆ ਨੰਬਰ ਲੈ ਲਾਂਗੇ, ਆਪਣੇ ਫਲਾਣੇ ਸੁਪਰੀਡੈਂਟੈਂਟ ਨਾਲ ਦੋਸਤੀ ਹੈਗੀ ਇਸ ਤਰੀਕੇ ਦੇ ਨਾਲ। ਅਤੇ ਉਹਨਾਂ ਨੇ ਕਹਿਣਾ, ਹਾਂ ਬਹੁਤ ਅੱਛੀ ਬਾਤ ਹੈ ਬੇਟਾ, ਉਹ ਜਿਵੇਂ ਬੋਲਦੇ ਸੀਗੇ। ਪਰ ਉਹ ਕਹਿੰਦੇ ਗੱਲ ਇਹ ਹੈ, ਅੱਛਾ ਤੁਸੀਂ ਇਹ ਦੇਖੋ, ਇਹ ਗੱਲ ਕਹਿਣ ਦੇ ਪਿੱਛੇ ਉਹਦੀ ਇੰਟੈਂਸ਼ਨ ਕੀ ਹੈ? ਕਿਉਂਕਿ ਉਹ ਤੁਹਾਨੂੰ ਚਾਹੁੰਦਾ ਕਿ ਤੁਹਾਡੇ ਚੰਗੇ ਮਾਰਕਸ ਹੋਣ। ਵਟ ਡੂ ਯੂ ਥਿੰਕ? ਮੇਰਾ ਖਿਆਲ ਨਹੀਂਗਾ, ਕਿਉਂਕਿ ਮੇਰੇ ਨਾਲ ਤਾਂ ਜੈਲਸ ਕਰਦਾ। ਹਾਂ, ਉਹ ਚਾਹੁੰਦਾ ਹੈ ਕਿ ਤੁਸੀਂ ਅੱਗੇ ਵਧੋ। ਨੋ, ਇੰਟੈਂਸ਼ਨ ਦੇਖੋ। ਕਹਿ ਜਾਣਨ, ਕਹੇ ਹੋਏ ਬੋਲ ਦੇ ਪਿੱਛੇ ਪਈ ਹੋਈ ਬਾਤ ਨੂੰ ਪਕੜੋ। ਇਹ ਜੀਵਨ ਐਵੇਂ ਨਹੀਂ ਸੌਖਾ ਤੇ ਸੁਹਾਵਣਾ ਹੋ ਜਾਂਦਾ। ਜਿਹੜਾ ਜਦੋਂ ਅਸੀਂ ਕਹਿੰਦੇ ਯਕਸ਼ੂ ਨੇਤਰ, ਵਿਜ਼ਨਰੀ ਹੋ ਜਾਣਾ, ਤੀਸਰਾ ਨੇਤਰ ਮੱਥੇ ਦੇ ਵਿੱਚ, ਉਹ ਇਸ ਤਰ੍ਹਾਂ ਦਾ ਨਹੀਂ ਹੁੰਦਾ। ਐਕਚੁਅਲੀ ਸੋਝੀ ਹੈ, ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਜਿਵੇਂ ਸਮਝ ਆਉਣੀ ਸ਼ੁਰੂ ਹੋ ਗਈ, ਫਿਰ ਸੰਸਾਰ ਤੇ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੈ। ਲੋਕੀ ਕੰਮਾਂ ਤੋਂ ਘਰ ਨੂੰ ਆਉਂਦੇ
ਕੰਮਾਂ ਤੋਂ ਘਰਾਂ ਆਉਂਦਿਆਂ ਨੂੰ ਸਾਰਿਆਂ ਨੂੰ ਰਸਤੇ 'ਚ LCBO ਵੀ ਆਉਂਦੇ ਨੇ, ਸਾਰਿਆਂ ਨੂੰ ਘਰਾਂ ਦੇ ਵਿੱਚ ਆਉਂਦਿਆਂ ਹੋਇਆਂ ਜਗ੍ਹਾ ਜਗ੍ਹਾ ਦੇ ਉੱਤੇ ਹੋਰ ਨਸ਼ੇ ਦੀਆਂ ਦੁਕਾਨਾਂ ਵੀ ਦਿਸਦੀਆਂ ਨੇ, ਸਾਰਿਆਂ ਨੂੰ ਹੋਰ ਘਰਾਂ 'ਚ ਆਉਂਦਿਆਂ ਹੋਇਆਂ ਹੋਰ ਬਹੁਤ ਸਾਰੇ ਆਊਟਲੈਟਸ ਦਿਸਦੇ ਡਿਫਰੈਂਟ ਵੇ ਦੇ ਨਾਲ, ਪਰ ਕਈਆਂ ਨੂੰ ਦਿਸਣੇ ਬੰਦ ਹੋ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੁਝ ਇਹੋ ਜਿਹੀਆਂ ਚੀਜ਼ਾਂ ਐਗਜ਼ਿਸਟ ਵੀ ਕਰਦੀਆਂ ਨੇ। ਰੀਜ਼ਨ ਕਿਉਂਕਿ ਕੁਝ ਬੁਝਾਰਤ ਬੁੱਝ ਲਈ ਆ ਜੀਵਨ ਦੇ, ਸਿੱਧਾ ਰਾਹ ਦਿਸ ਗਿਆ ਆ, ਸਟੇਟ ਫਾਰਵਰਡ। ਇਹਨੂੰ ਹੋਰ ਦੇਖੋ, ਭਾਰਤੀ ਐਪਿਕਸ ਨੂੰ ਪੜ੍ਹੋ, ਬਹੁਤ ਸਾਰੀਆਂ ਚੀਜ਼ਾਂ ਲਰਨ ਕਰਨ ਵਾਲੀਆਂ ਨੇ ਵੱਖਰੇ ਵੱਖਰੇ ਰੂਪ ਵਿੱਚ। ਮੈਂ ਉਹਦੀ ਇੱਕ ਰੂਪ ਪੜ੍ਹ ਰਿਹਾ ਸੀਗਾ ਜਦੋਂ ਉਹ ਉੱਥੇ ਅਰਜਨ ਦੀ ਪਰਖ ਹੁੰਦੀ ਹੈ ਅਤੇ ਉਹ ਦਰੋਣ ਕਹਿੰਦਾ ਪਿੱਛਾ ਕਿੰਨੇ ਕਿਹੜਾ ਹਥਿਆਰ ਵਗੈਰਾ ਚਲਾਉਣਾ ਹੈ, ਇਸ ਕਿਸਮ ਦੇ ਨਾਲ ਉਹ ਗੱਲ ਕਰ ਰਿਹਾ ਹੁੰਦਾ। ਉਹ ਯੁਧਿਸ਼ਟਰ ਨੂੰ ਕਮਾਨ ਫੜਾਉਂਦਾ ਹੈ ਅਤੇ ਤੀਰ ਫੜਾਉਂਦਾ ਹੈ ਅਤੇ ਉਹ ਕਹਿੰਦਾ ਅੱਛਾ ਦਰਖਤ 'ਤੇ ਦੇਖ, ਜਿਹੜਾ ਵੱਡਾ ਟਰੀ ਆ ਨਾ ਉਹਦੇ 'ਤੇ ਦੇਖ ਕੀ ਦਿਸ ਰਿਹਾ। ਉਹ ਕਹਿੰਦਾ ਜੀ ਤੁਸੀਂ ਦਿਸ ਰਹੇ ਹੋ, ਟਰੀ ਦਿਸ ਰਿਹਾ ਆ, ਪੱਤੇ ਦਿਸ ਰਹੇ ਨੇ, ਟਾਹਣੀਆਂ ਦਿਸ ਰਹੀਆਂ ਨੇ। ਉਹ ਕਹਿੰਦਾ ਇਟਸ ਓਕੇ ਬੇਟਾ, ਰੱਖ ਦੇ ਥੱਲੇ, ਦੇयर ਇਜ਼ ਨੋ ਨੀਡ ਟੂ ਐਕਚੁਅਲੀ ਵੇਸਟ ਐਨੀ ਟਾਈਮ। ਦੂਜੇ ਨੂੰ ਕਹਿੰਦਾ ਆ, ਦੂਜਾ ਵੀ ਕਹਿੰਦਾ, ਤੀਸਰਾ, ਅਖੀਰ ਉਹ ਅਰਜਨ ਨੂੰ ਬੁਲਾਉਂਦਾ, ਕਹਿੰਦਾ ਤੂੰ ਦੇਖ ਧਿਆਨ ਦੇ ਨਾਲ। ਉਹ ਕਹਿੰਦੇ ਨੇ ਕਿ ਜਦੋਂ ਕਹਿੰਦਾ ਉਹ ਕਹਿੰਦਾ ਕਿ ਕੁਝ ਨਹੀਂ ਦਿਸ ਰਿਹਾ, ਸਿਰਫ ਉਹਦੀ ਇੱਕ ਅੱਖ ਦਿਸ ਰਹੀ ਹੈ, ਦੈਟਸ ਇਟ। ਇੱਕ ਪੰਛੀ ਬੈਠਾ ਹੈ, ਉਸ ਪੰਛੀ ਦੀ ਅੱਖ ਦਿਸ ਰਹੀ ਹੈ ਮੈਨੂੰ। ਉਹ ਕਹਿੰਦਾ ਦੈਟਸ ਐਕਚੁਅਲ ਲੈਵਲ 'ਤੇ ਜੀਵਨ ਦੇ ਨਿਸ਼ਾਨੇ ਜਿਹੜੇ ਨੇ ਨਾ, ਜਿਵੇਂ ਜਦੋਂ ਕਲੀਅਰ ਹੋ ਜਾਂਦੇ ਨੇ ਬੰਦੇ ਵਾਸਤੇ, ਕਹਿ ਜਾਣਨ, ਹਰ ਬੋਲ ਦੇ ਪਿੱਛੇ ਪਈ ਹੋਈ ਗੱਲ ਤੁਹਾਨੂੰ ਸਮਝ ਆਉਂਦੀ ਹੈ। ਉਹ ਮੇਰੇ ਫਾਇਦੇ ਦੀ ਹੈ, ਮੇਰੇ ਨੁਕਸਾਨ ਦੀ, ਹਰ ਚੀਜ਼ ਸਮਝ ਆਉਂਦੀ ਹੈ। ਸ਼ਬਦ ਵਿਜ਼ਨਰੀ ਇਹੀ ਬਣਾਉਂਦਾ ਹੈ। ਦੁਨੀਆ ਨਹੀਂ ਬਦਲੇਗੀ, ਕੂੜ ਨਹੀਂ ਮਰੇਗਾ, ਕੂੜ ਰਹੇਗਾ ਹਮੇਸ਼ਾ। ਗੁਰੂ ਬਾਬਾ ਜੀ ਕਹਿੰਦੇ ਇਹ ਤਾਂ ਸੰਸਾਰ ਪੂਰਾ ਦਾ ਪੂਰਾ ਕੂੜ ਨਾਲ ਭਰਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਹ ਥੋੜਾ ਵੀ ਕੂੜ ਮੁੱਕ ਜਾਏਗਾ, ਸਾਡੇ ਵਾਸਤੇ ਨਵੀਂ ਦੁਨੀਆ ਬਣ ਜਾਏਗੀ। ਨੋ ਵੇ, ਕੂੜ ਇਸੇ ਤਰ੍ਹਾਂ ਰਹੇਗਾ। ਹਾਂ, ਇਸ ਕੂੜ ਦੇ ਵਿੱਚ ਚੋਇਸਿਸ ਕੌਲ ਦੇ ਫੁੱਲ ਵਰਗੀਆਂ, ਜਿਹੜਾ ਉਹ ਕਰੇਗਾ ਉਹਦਾ ਸੁਹਾਵਣਾ ਜੀਵਨ ਹੋਏਗਾ। ਉਹ ਦਾਗਾਂ ਤੋਂ ਬਚੇਗਾ, ਉਹ ਕਾਲਖ ਤੋਂ ਬਚੇਗਾ। ਇਹ ਨਾਮ ਦਾ ਸੁਹੱਪਣ ਆ। ਕਹਿ ਜਾਣਨ, ਕਹਿਆ ਬੂਝਣ, ਤੇ ਨਰ ਸੁਗੜ ਸਰੂਪ। ਉਹ ਸੁਗੜ ਵੀ ਨੇ ਤੇ ਸਰੂਪ ਚੰਗੇ ਰੂਪ ਵਾਲੇ ਵੀ ਨੇ। ਗੁਰੂ ਬਾਬਾ ਜੀ ਨੇ ਕਿਹਾ ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਜਿਨ੍ਹਾਂ ਨੂੰ ਇਹ ਹਰੀ ਨਾਮ ਦੀ ਸੋਭਾ ਮਿਲ ਜਾਂਦੀ ਹੈ, ਸੁਹੱਪਣ ਮਿਲ ਜਾਂਦਾ, ਉਸ ਜੀਵਨ ਯਾਪਨ ਨੂੰ ਉਹ ਜਿਹੜਾ ਹੈਗਾ ਧਾਰਨ ਕਰ ਲੈਂਦੇ ਨੇ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ। ਦੇਖੀਏ ਗੱਲ ਇਹ ਹੈ, ਜਿਵੇਂ ਨੱਚਣ ਗਾਉਣ ਦੀਆਂ ਬਹੁਤੀਆਂ ਗੱਲਾਂ ਹੁੰਦੀਆਂ ਨੇ। ਜਿਵੇਂ ਆਹ ਸ਼ਬਦ ਆ, ਕਈ ਵਾਰ ਇਹਨੂੰ ਵੀ ਲੋਕੀ ਕੋਡ ਕਰਦੇ ਨੇ, ਜਾਂ ਨਾਚ ਰੇ ਮਨ ਗੁਰ ਕੇ ਆਗੇ, ਇਹ ਸ਼ਬਦ ਕਹਿ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਦੇਖੋ ਜੀ ਗੁਰਬਾਣੀ ਦੇ ਵਿੱਚ ਨੱਚਣ ਦੀ ਗੱਲ ਹੋਈ ਇਸ ਕਿਸਮ ਦੇ ਨਾਲ, ਨੱਚਣਾ ਟੱਪਣਾ ਮਨ ਕਾ ਚਾਓ, ਇਹ ਵੀ ਕਿਹਾ ਜਾਂਦਾ। ਦੇਖੋ ਇਹ ਸਾਰੇ ਰੰਗ 'ਚ ਇਹ ਹੈਗਾ ਕਿ ਭਾਰਤੀ ਖਿੱਤੇ ਦੇ ਵਿੱਚ ਜਿਹੜਾ ਨੱਚਣ ਦਾ ਸੰਕਲਪ ਸੀਗਾ, ਇਹ ਤੁਹਾਨੂੰ ਦੋ ਰੂਪਾਂ 'ਚ ਮਿਲਦਾ ਹੈ। ਇੱਕ ਰੂਪ ਵਿੱਚ ਮਿਲਦਾ ਹੈ ਜਿਹੜਾ ਭਾਰਤ ਦੇ 'ਚ ਟਰਡੀਸ਼ਨਲ ਨਾਚ ਆ, ਜਿਹਦੇ ਵਿੱਚ ਉਹਨਾਂ ਨੇ ਆਪਣੇ ਸਭ ਤੋਂ ਜਿਹੜਾ ਉਹਨਾਂ ਦਾ ਆਦਿ ਅਵਤਾਰ ਹੈ ਸ਼ਿਵ, ਉਹਦਾ ਨਾਂ ਹੀ ਨਟਰਾਜ ਰੱਖਿਆ। ਨਟਰਾਜ ਦਾ ਮਤਲਬ ਹੀ ਹੈ, ਨਟ ਮੀਨ ਨੱਚਣ ਵਾਲਾ। ਤੁਸੀਂ ਦੇਖਿਓ ਨਾ ਪਿੰਡਾਂ ਥਾਵਾਂ 'ਤੇ ਕਈ ਵਾਰੀ ਲੋਕ ਆਉਂਦੇ ਸੀ ਨੱਚਣ ਵਾਲੇ, ਤੇ ਉਹਨਾਂ ਨੂੰ ਨਟ ਨਟਣੀਆਂ ਕਹਿੰਦੇ ਸੀਗੇ, ਨਟ ਨਟਣੀਆਂ ਆਏ ਨੇ। ਨਟਰਾਜ ਨਾਚਿਆਂ ਦਾ ਰਾਜਾ, ਮਤਲਬ ਵੱਡਾ ਜਿਹੜਾ ਹੈਗਾ ਡਾਂਸਰ ਉਸ ਰੂਪ ਦੇ ਵਿੱਚ। ਇਹਨੂੰ ਧਰਮ ਦੇ ਨਾਲ ਜੋੜ ਕੇ ਤੇ ਉਹਦੀ ਬਾਤ ਕੀਤੀ ਗਈ। ਹਾਲਾਂਕਿ ਇਹਦੇ ਮਾਇਨੇ ਮੈਂ ਸਮਝਦਾ ਕਿ ਬੜੇ ਉਸ ਤਰੀਕੇ ਨਾਲ ਸੀ, ਮੈਟਾਫੋਰਿਕ ਵੇ ਨਾਲ ਸੀਗੇ। ਅਸੀਂ ਸਾਰੇ ਹੀ ਨੱਚ ਰਹੇ ਹਾਂ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਕਿਹਾ, ਕਹਿੰਦੇ ਨਟੂਆ ਸਾਂਗ ਬਣਾਇਆ। ਨਾਚਿਆਂ ਨੂੰ ਨਚਾਉਣ ਵਾਲਾ ਵੱਡਾ ਨਟੂਆ। ਵੱਡਾ ਨਟੂਆ ਕੌਣ ਹੈ? ਡਾਇਰੈਕਟਰ, ਜਿਹੜਾ ਨਾਚਿਆਂ ਨੂੰ ਨਚਾ ਰਿਹਾ, ਜਿਹੜਾ ਅਸਲ ਵਿੱਚ ਕੋਰੀਓਗ੍ਰਾਫਰ ਹੈ, ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਅਸੀਂ ਸਾਰੇ ਉਹਦੀਆਂ ਪੁਤਲੀਆਂ ਵਾ, ਉਹ ਨਚਾ ਰਿਹਾ। ਹੁਣ ਇਹਦੇ ਵਿੱਚ ਉਸ ਨੱਚਣ ਦੀ ਗੱਲ ਨਹੀਂ ਜਿਹੜੀ ਥਾਪਾਂ ਤੇ ਨੱਚਣਾ ਆ, ਉਹਦੀ ਬਾਤ ਨਹੀਂ ਹੋ ਰਹੀ ਇੱਥੇ। ਜੀਵਨ ਦਾ ਹਰ ਪਲ ਹੀ ਸਾਡੇ ਪੈਂਤੜੇ ਲੈਣਾ, ਸਾਡਾ ਨੱਚਣਾ ਉਸ ਤਰੀਕੇ ਨਾਲ ਹੈ। ਉਹਦੇ 'ਚ ਕੀ ਕੀਤਾ ਗਿਆ ਕਿ ਐਕਚੁਅਲ ਥਾਟ ਤੇ ਕਿਤੇ ਗਵਾਚ ਗਿਆ। ਥਾਟ ਇਹ ਫੜ ਲਿਆ ਕਿ ਤੁਸੀਂ ਨੱਚ ਕੇ ਆਪਣੀ ਸਪਿਰਿਚੁਅਲਿਟੀ ਅਟੇਨ ਕਰ ਸਕਦੇ ਹੋ। ਇਹ ਸੂਫੀਆਂ ਨੇ ਵੀ ਫੜ ਲਿਆ, ਉਹ ਵੀ ਇਸ ਲੈਵਲ ਤੇ ਰਹੇ। ਹਾਲਾਂਕਿ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਨੱਚਣਾ ਕੁੱਦਣਾ ਮਨ ਕਾ ਚਾਓ। ਇਹ ਤੁਹਾਡਾ ਮਨ ਦਾ ਚਾਅ ਤੇ ਹੋ ਸਕਦਾ ਹੈ ਕਿ ਤੁਹਾਨੂੰ ਥੋੜਾ ਬਹੁਤਾ ਚਾਅ ਆ ਤੇ ਤੁਸੀਂ ਆਪਣਾ ਨੱਚ ਕੁੱਦ ਲਿਆ, ਪਰ ਇਹ ਭੁੱਲ ਜਾਓ ਕਿ ਇਹਦੇ ਸਦਕਾ ਕੋਈ ਸਪਿਰਿਚੁਅਲ ਤੁਹਾਡੀ ਕੋਈ ਹਾਇਰ ਲੈਵਲ ਦੀ ਬਾਤ ਆਉਂਦੀ ਹੈ। ਈਵਨ ਜਿਹੜੇ ਹਾਇਰ ਲੈਵਲ ਦੇ ਸੂਫੀ ਵੀ ਨੇ,
ਜਿਵੇਂ ਆਪਾਂ ਦੇਖਦੇ ਹੈਗੇ ਆ ਮੌਲਾਨਾ ਰੂਮੀ ਨੂੰ, ਰੂਮੀ ਇਕੱਲਾ ਨੱਚਣ ਕਰਕੇ ਵੱਡਾ ਨਹੀਂ ਹੋਇਆ, ਰੂਮੀ ਆਪਣੀ ਲਿਖਾਵਟ ਕਰਕੇ ਵੱਡਾ ਹੋਇਆ। ਜਿਹੜਾ ਉਹਨੇ ਦੀਵਾਨ ਲਿਖਿਆ ਨਾ, ਜਿਹਨੂੰ ਅੱਜ ਵੀ ਅੰਗਰੇਜ਼ੀ ਲੈਂਗੁਏਜ ਵਿੱਚ ਵੀ ਲੋਕ ਇੰਨੀ ਟਰਾਂਸਲੇਸ਼ਨ ਕਰਦੇ ਨੇ, ਇੰਨਾ ਪੜ੍ਹਦੇ ਨੇ, ਕਮਾਲ ਦਾ ਵਿਜ਼ਡਮ ਦੇਣ ਵਾਲਾ ਸੋਰਸ ਆ। ਮਤਲਬ ਜੇ ਅਰਬਾਂ ਦੇ ਖੇਤਰ 'ਚ ਵੇਖੀਏ ਜਾਂ ਜਿਹੜੇ ਲੋਕ ਬਾਅਦ ਦੇ ਵਿੱਚ ਜਰਮਨ ਜਾਂ ਹੋਰ ਸਕਾਲਰ ਵੀ ਕਾਫੀ ਤੁਹਾਨੂੰ ਮਿਲਣਗੇ ਜਿਹੜੇ ਰੂਮੀ ਤੋਂ ਪ੍ਰਭਾਵਿਤ ਹੋਏ, ਉਹਨਾਂ ਦੀ ਇਨਸਪੀਰੇਸ਼ਨ ਉਹ ਬਣਿਆ, ਉੱਥੋਂ ਆਏ। ਹੁਣ ਉਹਦਾ ਨੱਚਣਾ ਕੀ ਸੀਗਾ, ਕਿਉਂਕਿ ਉਹ ਸ਼ਰਅ ਦੀ ਉਸ ਪਾਬੰਦੀ ਨੂੰ ਤੋੜ ਰਿਹਾ ਸੀਗਾ, ਜਿਹੜੀ ਪਾਬੰਦੀ ਲੋਕਾਂ ਦੇ ਉੱਤੇ ਧੱਕਾ ਕਰ ਰਹੀ ਸੀ। ਲੋਕਾਂ ਨੂੰ ਇਹ ਕਹਿੰਦੀ ਸੀ ਕਿ ਤੁਸੀਂ ਸੋਚੋ ਉਵੇਂ ਜਿਵੇਂ ਅਸੀਂ ਕਹਿ ਰਹੇ ਹਾਂ, ਐਵੇਂ ਨਹੀਂ ਹੋ ਸਕਦਾ। ਤੁਸੀਂ ਲੋਕਾਂ ਨੂੰ ਗਾਈਡ ਕਰ ਸਕਦੇ ਹੋ, ਤੁਸੀਂ ਲੋਕਾਂ ਵਾਸਤੇ ਚੋਇਸਸ ਬਿਲਡ ਕਰ ਸਕਦੇ ਹੋ, ਪਰ ਉਹਨਾਂ ਦੀ ਸੋਚ ਨਹੀਂ ਬਦਲ ਸਕਦੇ। ਸੋਚ ਤੇ ਕਰਤਾਰ ਨੇ ਬਦਲਣੀ ਹੈ ਤੇ ਬੰਦੇ ਦੀ ਐਫਰਟ ਨੇ ਬਦਲਣੀ ਹੈ। ਇਸੇ ਕਰਕੇ ਸਿੱਖੀ ਆਸ਼ੇ ਦੇ ਵਿੱਚ ਗੁਰੂ ਬਾਬਾ ਜੀ ਨੇ এনवायरमेंट ਬਿਲਡ ਕੀਤਾ, ਰਿਸੋਰਸਸ ਬਿਲਡ ਕੀਤੇ, ਤੇ ਉਹ ਜਿਹਨੂੰ ਤਾਲਿਬਾਨੀ ਰੂਪ ਕਿਹਾ ਜਾਂਦਾ, ਜਿਹੜਾ ਗੁਰੂ ਸਾਹਿਬ ਦੇ ਖਿਲਾਫ ਉਹ ਕੰਮ ਕਰਦੇ ਰਹੇ, ਫਤਵੇ ਲਾਉਂਦੇ ਰਹੇ, ਉਹ ਕੰਮ ਨਾ ਕੀਤਾ, ਨਾ ਆਪਣੇ ਪਰਿਵਾਰ 'ਚ ਵੀ ਨਹੀਂ ਕੀਤਾ। ਪਰਿਵਾਰ ਨੂੰ ਵੀ ਕਿਹਾ ਚੋਇਸਸ ਨੇ, ਆ ਵੀ ਹੈ ਨੇ ਜੋ ਤੁਸੀਂ ਸਮਾਜ ਸੰਸਾਰ ਵਿੱਚ ਵੇਖ ਰਹੇ ਹੋ, ਤੇ ਇਹ ਵੀ ਚੋਇਸ ਹੈ ਸਿੱਖੀ ਦੀ ਵੀ। ਚਾਹੋ ਤੇ ਇੱਧਰ ਆ ਜਾਓ, ਚਾਹੋ ਤੇ ਇੱਧਰ ਆ ਜਾਓ। ਹਾਂ, ਮੇਰੇ ਇਸ ਪਾਸੇ ਆਉਣਾ ਹੈ, ਮੈਂ ਤੁਹਾਨੂੰ ਦੱਸਦਾ ਇਹਦੇ ਫਾਇਦੇ, ਇਹਦਾ ਅਸਲ ਰੂਪ ਕੀ ਹੈ, ਅਸਲ ਦਾ ਤੁਹਾਨੂੰ ਕੀ ਬੈਨੀਫਿਟ ਹੈ, ਸਭ ਕੁਝ। ਉਸ ਪਾਸੇ ਜਾਣਾ ਆ, ਹਾਂ, ਉਹਦੇ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਕਿ ਇਸ ਪਾਸੇ ਜਾ ਕੇ ਤੁਸੀਂ ਖੱਟੋਗੇ ਕੀ। ਦੋਵੇਂ ਰੂਪ ਕੰਪੈਰੀਜ਼ਨ ਲੈਵਲ ਤੇ ਰਹੇ। ਤੇ ਗੁਰੂ ਸਾਹਿਬ ਦੇ ਘਰਾਂ ਦੇ ਵਿੱਚ ਚੋਇਸਸ ਲੋਕੀ ਡਿਫਰੈਂਟ ਬਣਾਉਂਦੇ ਰਹੇ। ਗੁਰੂ ਨਾਨਕ ਸਾਹਿਬ ਦੀਆਂ ਦੋਨਾਂ ਔਲਾਦਾਂ ਨੇ ਡਿਫਰੈਂਟ ਚੋਇਸਸ ਬਣਾਈਆਂ, ਗੁਰੂ ਅੰਗਦ ਸਾਹਿਬ ਦੀਆਂ ਦੋਨੋਂ ਬੱਚਿਆਂ ਨੇ ਡਿਫਰੈਂਟ ਚੋਇਸਸ ਬਣਾਈਆਂ, ਗੁਰੂ ਅਮਰਦਾਸ ਸਾਹਿਬ ਦੀਆਂ ਬੱਚੀਆਂ ਦੀਆਂ ਚੋਇਸਸ ਡਿਫਰੈਂਟ ਤੇ ਬੱਚਿਆਂ ਦੀਆਂ ਚੋਇਸਸ ਥੋੜ੍ਹੀਆਂ ਡਿਫਰੈਂਟ ਰਹੀਆਂ। ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਵਿੱਚ ਤੁਸੀਂ ਦੇਖੋ ਕਿਵੇਂ ਡਿਫਰੈਂਸ ਹੈਗਾ। ਯੂ ਨੋ ਦੇਰ ਵੀ ਕੈਨ ਸੀ ਜਿਹੜਾ 3 ਰੂਪ ਨਜ਼ਰ ਪੈ ਰਹੇ ਨੇ। ਮਹਾਦੇਵ ਜੀ ਦਾ ਰੂਪ ਮਿਲ ਰਿਹਾ ਉਹਦੇ 'ਚ, ਬਾਬਾ ਪ੍ਰਿਥੀ ਚੰਦ ਜੀ ਦਾ ਰੂਪ ਮਿਲ ਰਿਹਾ ਉੱਥੇ, ਗੁਰੂ ਅਰਜਨ ਸਾਹਿਬ ਦਾ ਰੂਪ ਮਿਲ ਰਿਹਾ ਉੱਥੇ। ਫਿਰ ਅੱਗੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਆ ਕੇ ਦੇਖਦੇ ਹੋ, ਉੱਥੇ ਤੁਸੀਂ ਧੀਰਮਲ ਦਾ ਰੂਪ ਦੇਖੋ। ਬਾਅਦ ਦੇ ਵਿੱਚ ਤੁਸੀਂ ਮਤਲਬ ਇੱਕ ਤੋਂ ਬਾਅਦ ਰਾਮ ਰਾਏ ਦਾ ਰੂਪ ਦੇਖ ਲਓ ਤੁਸੀਂ। ਸੋ ਇਹ ਚੀਜ਼ਾਂ ਨਾਲ ਪੈਰਲਲ ਚੱਲੀਆਂ ਇਸ ਰੂਪ ਦੇ ਅੰਦਰ, ਪਰ ਇਹ ਨਹੀਂ ਕਿ ਤਾਲਿਬਾਨੀ ਸੋਚ ਦੇ ਵਿੱਚ ਚੀਜ਼ਾਂ ਲਿਆਂਦੀਆਂ। ਜਦੋਂ ਰੂਮੀ ਦੀ ਬਾਤ ਮੈਂ ਕਰ ਰਿਹਾ, ਰੂਮੀ ਉਸ ਤਾਲਿਬਾਨੀ ਉਸ ਸੋਚ ਨੂੰ, ਜਿਹੜਾ ਕੱਟੜਤਾ ਦਾ ਪੱਖ ਸੀਗਾ, ਉਹਦੀ ਬਰਖਲਾਫਤ ਵਿੱਚ ਖੜਾ ਹੋਇਆ। ਤੇ ਫਿਰ ਜਿੱਥੇ ਲੋਕਾਂ ਨੂੰ ਇੰਟੈਲੈਕਚੁਅਲ ਸਾਈਡ ਤੋਂ ਚੀਜ਼ਾਂ ਸਮਝਣੀਆਂ ਸਮਝਾਉਣੀਆਂ ਬਹੁਤ ਔਖੀਆਂ ਨੇ। ਆਪ ਸ਼ਾਇਦ ਦੇਖੋਗੇ ਜਿਸ ਚੀਜ਼ ਨੂੰ ਜਿੰਨਾ ਓਪਰੈਸ ਕਰੋਗੇ ਨਾ, ਜਿੰਨਾ ਕਿਸੇ ਚੀਜ਼ ਨੂੰ ਲੋਕਾਂ ਨੂੰ ਪਾਬੰਦੀ ਕਰੋਗੇ, ਉਨੀ ਅੰਦਰ ਦੀ ਖਾਸ਼ ਹੋਰ ਵਧੇਗੀ। ਅਰਬੀ ਜਾਂ ਅਰੇਬਿਕ ਕਲਚਰ ਦੇ ਵਿੱਚ, ਜਾਂ ਇੱਧਰ ਸਾਰਾ ਤੁਰਕਿਸਤਾਨ ਤੋਂ ਲੈ ਕੇ ਸਾਰਾ ਅਰਬਿਸਤਾਨ ਤੇ ਆਲ ਦਾ ਵੇ, ਇੱਥੇ ਜਿੰਨਾ ਇਹਨਾਂ ਨੇ ਪਰਦਾ ਤੇ ਸਭ ਪਰਦਾ ਨਸ਼ੋਈ ਤੇ ਸਭ ਚੀਜ਼ਾਂ ਕੀਤੀਆਂ, ਉਤਨਾ ਜ਼ਿਆਦਾ ਲੋਕਾਂ ਦਾ ਨੱਚਣ ਦੇ ਪ੍ਰਤੀ, ਗਾਉਣ ਦੇ ਪ੍ਰਤੀ ਰੁਝਾਨ ਵੱਧਦਾ ਗਿਆ ਅੰਦਰ। ਚੋਰੀ ਇਸ ਤਰੀਕੇ ਨਾਲ, ਹੁਣ ਦਿਨੇ ਤੇ ਸਭ ਉਸ ਤਰੀਕੇ ਨਾਲ ਪਹਿਰਾ ਦੇ ਰਹੇ ਵੀ ਨੋ 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 ਨੋ, ਇਹ ਸ਼ਰਾਬ ਦੇ ਖਿਲਾਫ ਹੈ, ਫਲਾਂ ਚੀਜ਼ ਦੇ ਖਿਲਾਫ ਹੈ। ਲੁੱਕ ਕੇ ਚੋਰੀ, ਸ਼ਰਾਬਾਂ ਵੀ ਪੀਣੀਆਂ, ਲੁੱਕ ਕੇ ਚੋਰੀ, ਨਾਚ ਵੀ ਵੇਖਣੇ, ਲੁੱਕ ਕੇ ਚੋਰੀ, ਉਹ ਸਭ ਚੀਜ਼ਾਂ ਮੌਜੂਦ ਰਹੀਆਂ ਸੁਸਾਇਟੀ ਦੇ ਵਿੱਚ। ਰੂਮੀ ਵਰਗਾ ਸ਼ਖਸ ਜਿਹੜਾ ਆ, ਉਹਨੇ ਪਾਬੰਦੀ ਤੋੜੀ ਤੇ ਉਹਨੇ ਕਿਹਾ, ਓਏ ਬਾਹਰ ਜਾ ਕੇ ਲੁੱਕ ਕੇ ਨਾਚ ਨੂੰ ਵੇਖਦੇ ਹੋ ਸਰਕਾਰੀ ਅਫਸਰਾਂ ਨੂੰ, ਹੋਰਾਂ ਨੂੰ, ਮੈਂ ਤੁਹਾਨੂੰ ਨਾਚ ਵਿਖਾਉਣਾ ਵਾ। ਪਰ ਇਹ ਨਾਚ ਉਹ ਨਹੀਂ ਗਾ ਜਿਵੇਂ ਉਹਦਾ ਝੂਮਰ ਆ, ਉਹਦਾ ਮੋਸਟਲੀ ਮਸ਼ਹੂਰ ਝੂਮਰ ਹੈਗਾ ਰੂਮੀ ਦਾ। ਜਦੋਂ ਨੱਚਦਾ ਆ, ਝੂਮਰ ਕਰਦਾ ਆ, ਤੇ ਝੂਮਰ ਕਿਵੇਂ ਕਰਦਾ ਉਹ, ਉਹਦੇ ਦੋਨੋਂ ਹੱਥ ਐਵੇਂ ਹੁੰਦੇ ਨੇ, ਐਵੇਂ ਘੁੰਮਦਾ ਗੋਲ ਗੋਲ ਇਸ ਰੂਪ ਦੇ 'ਚ। ਜਦੋਂ ਉਹਨੂੰ ਫਿਰ ਜਿਹੜੇ ਸਕਾਲਰ ਲੋਕ ਨੇ, ਉਹਨਾਂ ਦੇ ਅਦੀਬ ਲੋਕ, ਅਦਬੀ ਲੋਕ, ਉਹ ਆ ਕੇ ਪੁੱਛਦੇ ਨੇ, ਆਹ ਕੀ ਕਰ ਰਿਹਾ, ਇਹ ਨੱਚਣਾ ਵੀ ਕੋਈ ਇਸ ਰੂਪ ਵਿੱਚ ਬਾਤ ਆ। ਉਹ ਕਹਿੰਦਾ, ਮੈਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਜਾਹਲ ਬਣਾ ਦਿੱਤਾ ਹੈ, ਇਹਨਾਂ ਨੂੰ ਸੰਦੇਸ਼ ਦੇ ਰਿਹਾ ਵਾਂ। ਕਿਉਂਕਿ ਮੋਸਟਲੀ ਜਿਹੜੇ ਧਾਰਮਿਕ ਕੱਟੜ ਲੋਕ ਸੀਗੇ, ਇਹ ਰੂਲਿੰਗ ਜਮਾਤ ਦੇ ਨਾਲ ਸੀਗੇ, ਪਾਵਰ ਵਾਲੇ ਸੀਗੇ, ਪਾਵਰਫੁਲ ਸੀਗੇ। ਮੈਂ ਇਹਨਾਂ ਨੂੰ ਦੱਸ ਰਿਹਾ ਆ ਗੁਰਬਤ, ਗਰੀਬੀ, ਆ ਲੋਕ ਜਿਹੜੇ, ਇਹਨਾਂ ਸਾਰਿਆਂ ਦਾ ਭਲਾ ਕਿਵੇਂ ਕਰਨਾ ਆ। ਉਹ ਕਹਿੰਦਾ, ਇਹਨਾਂ ਨੂੰ ਮੈਂ ਦੱਸ ਰਿਹਾ ਵਾਂ, ਆਹ ਹੱਥ, ਉਹ ਤੁਸੀਂ ਦੇਖਿਆ ਹੋਏਗਾ ਇਸਲਾਮਕ ਜਿਹੜੇ ਲੋਕ, ਉਹਨਾਂ ਦੀ ਆਪਣੀ ਵਿਸ਼ਵਸਨੀਅਤਾ ਹੈਗਾ, ਉਹ ਜਦੋਂ ਸਲਾਮ ਵੀ ਕਰਦੇ ਨੇ ਤੇ ਐਵੇਂ ਕਰਦੇ ਨੇ, ਇਸ ਤਰੀਕੇ ਦੇ ਨਾਲ ਹੱਥ ਕਰਕੇ। ਉਹ ਇਹ ਹੱਥ ਜਿਹੜਾ ਹੈਗਾ ਐਕਚੁਅਲ ਲੈਵਲ ਤੇ ਉਹ ਖੁਦਾ ਦੇ ਸਾਹਮਣੇ ਉਸ ਰੱਬੀ ਜਿਹੜੀ ਹੋਂਦ ਜਾਂ ਜਿਹਨੂੰ ਮੰਨਦੇ ਨੇ, ਉਹਦੇ ਤੋਂ ਕਹਿੰਦੇ ਨੇ ਸਾਨੂੰ ਬਖਸ਼ਿਸ਼ ਕਰ, ਸਾਨੂੰ ਦੇ, ਇਸ ਰੂਪ ਦੇ ਵਿੱਚ। ਉਹ ਕਹਿੰਦਾ ਕਿ ਜਦੋਂ ਇਸ ਹੱਥ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਖੁਦਾ ਤੋਂ ਮੰਗ ਰਹੇ ਹੋ, ਖੁਦਾ ਦੇ ਰਿਹਾ। ਜਦੋਂ ਖੁਦਾ ਦੇ ਰਿਹਾ
ਤੇ ਫਿਰ ਤੁਹਾਡੀ ਡਿਊਟੀ ਵੱਧ ਜਾਂਦੀ। ਤੁਹਾਡੀ ਡਿਊਟੀ ਕੀ ਵੱਧ ਜਾਂਦੀ ਹੈ? ਤੁਸੀਂ ਅੱਗੇ ਵੰਡੋ। ਇੱਧਰੋਂ ਝੂਮਰ ਪਾਉਂਦਾ ਹੋ, ਇੱਧਰੋਂ ਖੁਦਾ ਦੇ ਰਿਹਾ, ਤੁਸੀਂ ਵੰਡ ਰਹੇ ਹੋ। ਬਸ ਇਹੀ ਹੈ, ਇਹ ਜੀਵਨ ਹੈ। ਕੰਪੈਸ਼ਨ ਦੀ ਗੱਲ ਕਰ ਰਹੇ ਹੋ, ਜਿਹੜੀ ਗੁਰਬਾਣੀ ਤੁਸੀਂ ਗੁਰੂ ਸਾਹਿਬ ਤੇ ਨਾ, ਮੁਸਲਮਾਨ ਮੋਮ ਦਿਲ ਹੋਵੇ। ਮੋਮ ਦਿਲ ਹੋ ਜਾਣਾ, ਮਾੜਾ ਜਿਹਾ ਕਿਸੇ ਦਾ ਦੁੱਖ ਦੇਖਣਾ, ਦਿਲ ਪਸੀਜ ਜਾਣਾ, ਪਿਘਲ ਜਾਣਾ ਇੱਕਦਮ। ਕਿਸੇ ਦਾ ਦਰਦ ਨਾ ਵੇਖ ਸਕਣਾ, ਕਿਸੇ ਦਾ ਦੁੱਖ ਨਾ ਵੇਖ ਸਕਣਾ। ਸੋ ਉਹਦੀ ਬਾਤ ਕੀਤੀ ਇਹਦੇ ਵਿੱਚ। ਫਿਰ ਉਹਨੇ ਇੱਕ ਹੋਰ ਬਾਤ ਕੀਤੀ। ਉਹ ਕਹਿੰਦਾ ਗੱਲ ਇਹ ਹੈ ਕਿ ਖੁਦਾ ਤੇ ਤਰਸਵੰਦ ਹੈ, ਉੱਥੇ ਕਰੀਮ ਹੈ ਨਾ, ਕਰਮ ਕਰਦਾ ਉਹ, ਰਹਿਮਤ ਰਹੀਮ, ਰਹਿਮਤ ਕਰਨ ਵਾਲਾ ਹੈਗਾ। ਤੇ ਉਹ ਤੇ ਰਹਿਮਤ ਤੇ ਕਰਮ ਕਰੇਗਾ, ਉਹ ਤੇ ਦਏਗਾ। ਪਰ ਬੰਦੇ ਦਾ ਮਨ ਜਿਹੜਾ ਹੈ ਬੜਾ ਲਾਲਚੀ ਹੈ। ਇਹ ਕੀ ਕਰਦਾ? ਕਹਿੰਦਾ ਮਿਲੀ ਜਾਏ, ਬਟ ਆਈ ਡੋਂਟ ਵਾਂਟ ਟੂ ਐਕਚੁਅਲੀ ਗਿਵ ਅਵੇ, ਆਈ ਡੋਂਟ ਵਾਂਟ ਟੂ ਐਕਚੁਅਲੀ ਹੈਲਪ ਐਨੀਬਡੀ। ਨੋ, ਮੈਂ ਸਾਰਿਆਂ ਨੂੰ ਇਕੱਠਾ ਕਰ ਲਵਾਂ। ਕਹਿੰਦਾ ਇਸ ਤਰੀਕੇ ਨਾਲ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ। ਇੱਕ ਹੱਥ ਐਵੇਂ ਚੱਕ ਲੈਂਦਾ, ਦੂਜਾ ਇੱਥੇ ਰੱਖਦਾ, ਉੱਥੋਂ ਹੋਰ ਆਈ ਜਾਂਦਾ। ਜਦੋਂ ਹੋਰ ਆਈ ਜਾਂਦਾ ਫਿਰ ਅਲਟੀਮੇਟਲੀ ਇੰਨਾ ਆ ਜਾਂਦਾ ਕਿ ਹੁਣ ਸਾਂਭਣ ਵਾਸਤੇ ਇੱਕ ਹੋਰ ਹੱਥ ਚਾਹੀਦਾ। ਫਿਰ ਵੀ ਹੱਥ ਚੱਕ ਲੈਂਦਾ ਇਸ ਤਰੀਕੇ ਨਾਲ। ਉਹ ਫਿਰ ਝੂਮਰ ਚ ਕਰਦਾ ਕਰਦਾ ਐਵੇਂ ਹੱਥ ਕਰਦਾ ਦੋਵੇਂ। ਉਹ ਕਹਿੰਦਾ ਇਹਦੇ ਨਾਲ ਹੁੰਦਾ ਕੀ ਹੈ ਵੀ ਜਦੋਂ ਬੰਦਾ ਐਵੇਂ ਹੱਥ ਕਰ ਲੇ, ਉਧਰੋਂ ਮਿਲਣਾ ਬੰਦ ਹੋ ਗਿਆ, ਉਧਰੋਂ ਦੇਣਾ ਬੰਦ ਹੋ ਗਿਆ। ਜੋ ਕੋਲ ਸੀਗਾ ਉਹ ਕਲਟ ਬਣ ਗਿਆ, ਬੰਦੇ ਦਾ ਜੀਵਨ ਬਰਬਾਦ ਹੋ ਗਿਆ। ਨਹੀਂ ਤੇ ਆਟੋਮਨ ਅੰਪਾਇਰ ਵਰਗੀਆਂ ਅੰਪਾਇਰਸ ਖੜੀਆਂ ਕੀਤੀਆਂ ਕਿ ਹੁਣ ਜਿਨ੍ਹਾਂ ਨੇ ਏਡੇ ਏਡੇ ਵੱਡੇ ਸਮਰਾਜ ਬਣਾਏ ਹੋਣ ਤੇ ਉਹ ਆਪਣੇ ਆਪ ਗਰਕ ਹੋ ਜਾਣੇ ਸਰੂਪ ਦੇ ਵਿੱਚ ਕਿਵੇਂ ਹੋ ਗਏ? ਉਹ ਮੈਸੇਜ ਦੇ ਰਿਹਾ ਹੈਗਾ। ਇਹ ਨੱਚਣਾ ਉਹ ਨਹੀਂਗਾ ਜਿਹੜਾ ਨੱਚਣਾ ਉਸ ਤਰੀਕੇ ਦਾ ਹੈਗਾ। ਮੈਂ ਬੇਨਤੀ ਕੀਤੀ ਧਾਰਮਿਕ ਤੌਰ ਤੇ ਭਾਰਤੀ ਖਿੱਤੇ ਦੇ ਵਿੱਚ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਹੈਗਾ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜਿਆ ਧਰਤੀ ਨਾਲ, ਉਹ ਜਿਹੜਾ ਹੈਗਾ ਉੱਟ ਕੱਟਾ ਝੱਟ ਹੈ ਪਾਹੇ। ਉਹ ਜਿਹੜੀ ਬਾਤ ਆਸਾ ਕਿ ਵਾਰ ਸਾਰੀ ਪੜ੍ਹਦੇ ਹਾਂ ਅਸੀਂ, ਵੇਖਿਆ ਲੋਕ ਹੱਸੈ ਕਰ ਜਾਏ। ਲੋਕੀ ਘਰਾਂ ਜਾ ਕੇ ਹੱਸਦੇ, ਉਹ ਕਿਵੇਂ ਨੱਚਦਾ ਸੀ, ਕਿਵੇਂ ਟੱਪਦਾ ਸੀ, ਨਟਾਂ ਦੀ ਤਰ੍ਹਾਂ। ਇਹ ਕੋਈ ਸਪਿਰਿਚੁਅਲਿਟੀ, ਰਾਸਾਂ ਪਾਉਣੀਆਂ ਸਪਿਰਿਚੁਅਲਿਟੀ ਨਹੀਂ ਹੈਗੀ। ਦੂਸਰਾ ਨਾਚ ਜਿਹੜਾ ਆਇਆ ਉਹ ਹੈ ਮੁਗਲਾਂ ਦੇ ਦੌਰ ਦੇ ਵਿੱਚ। ਕਿਉਂਕਿ ਮੁਗਲਾਂ ਦੇ ਦੌਰ ਦੇ ਵਿੱਚ ਜਿਹੜੀ ਬਾਤ ਆਈ ਉਹਦੇ 'ਚ ਇੱਕ ਰੂਲਿੰਗ ਪਾਰਟ ਜਮਾਤ ਆ ਗਈ। ਅਤੇ ਰੂਲਿੰਗ ਜਮਾਤ ਲੋਕਾਂ ਦੇ ਘਰਾਂ ਦੇ ਵਿੱਚੋਂ ਜਾ ਕੇ ਧੱਕੇ ਦੇ ਨਾਲ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸ਼ਬਦ ਸੰਬੋਧਨ ਕਰਦੇ ਲਿਖੇ ਨਾ ਵੀ ਬਾਬਰ ਤੂੰ ਅਸਲ ਦੇ ਵਿੱਚ ਜ਼ੁਲਮ ਕਰਨ ਵਾਲਾ ਬੜਾ ਵੱਡਾ ਜਾਬਰ ਹੈ ਮੇਰੀ ਨਜ਼ਰ ਦੇ ਵਿੱਚ। ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਕਿਉਂਕਿ ਮੁਗਲ ਐਵੇਂ ਦੀਆਂ ਜੰਜਾਂ ਲੈ ਕੇ ਆਉਂਦੇ ਸੀ। ਜੰਜ ਲੈ ਕੇ ਆਉਣਾ, ਵਿਚਕਾਰ ਵੱਡਾ ਲਾੜਾ, ਤੇ ਵੱਡੇ ਲਾੜੇ ਨੂੰ ਆ ਕੇ ਲੋਕਾਂ ਨੂੰ ਕਹਿਣਾ ਵੀ ਓਕੇ ਦੇਖੋ, ਵੱਡੇ ਢੋਲ ਧਮੱਕੇ ਰੌਲਾ ਰੱਪਾ ਪਾਉਂਦਿਆਂ ਹੋਇਆਂ ਆਉਣਾ, ਤੇ ਫਿਰ ਆ ਕੇ ਕਹਿਣਾ ਵੀ ਆਪਣੇ ਘਰ ਦੇ ਡੋਲੇ ਦਿਓ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਦਾਨ ਮੰਗਣ ਦਾ ਮਤਲਬ ਕੀ ਹੈ? ਜੋਰੀ ਮੰਗਾ ਦਾਨ ਵੇ ਲਾ ਲਓ। ਭਾਰਤੀ ਖਿੱਤੇ 'ਚ ਲੋਕ ਦਾਨ ਕਿਹਦਾ ਕਰਦੇ ਸੀਗੇ? ਕੰਨਿਆ ਦਾਨ। ਤੇ ਕੰਨਿਆ ਇਕੱਲੀ ਦਾਨ ਨਹੀਂ ਕੀਤੀ ਜਾ ਸਕਦੀ, ਕੰਨਿਆ ਦੇ ਨਾਲ ਬਹੁਤ ਕੁਝ ਦਾਨ ਦੇਣਾ ਪਏਗਾ। ਇਹਦੀ ਬਾਤ ਹੋ ਰਹੀ ਹੈ ਜੋਰੀ ਮੰਗਾ। ਤੂੰ ਜ਼ੋਰ ਨਾਲ ਕਹਿ ਰਿਹਾ ਦਾਨ ਦਿਓ, ਮੈਨੂੰ ਇਹ ਸਭ ਚੀਜ਼ਾਂ ਚਾਹੀਦੀਆਂ ਨੇ, ਇਹ ਚੀਜ਼ ਹੋ ਰਹੀ ਹੈ। ਸੋ ਇਹ ਬਾਤ ਜਿਹੜੀ ਹੈ ਉਹ ਮੁਗਲਾਂ ਦੇ ਦੌਰ 'ਚ ਲੋਕਾਂ ਦੀ ਜ਼ਹਿਨੀਅਤ 'ਚ ਬੜੀ ਡਾਢੀ ਚਲੀ ਗਈ। ਜਿਵੇਂ ਹੀ ਭਾਵੇਂ ਉਹ ਭਾਰਤੀ ਖਿੱਤੇ ਦਾ ਵਸਨੀਕ ਸੀਗਾ, ਜਿਵੇਂ ਕਿਤੇ ਉਹ ਪਾਵਰ ਵਿੱਚ ਆਇਆ, ਸਮਰੱਥਾ 'ਚ ਆਇਆ, ਸਭ ਤੋਂ ਪਹਿਲਾ ਕੰਮ ਇਹ ਕੀਤਾ ਜੋ ਕੰਮ ਮੁਗਲ ਕਰਦੇ ਸੀ ਹੁਣ ਮੈਂ ਕਰਾਂਗਾ। ਸਾਡੀ ਰੂਲਿੰਗ ਪਾਰਟੀ ਹੁਣ ਕਰ ਰਹੀ ਹੈ ਇੱਥੇ, ਮਾਫੀ ਚਾਹਾਂਗਾ। ਵਾਟ ਇਜ਼ ਦਿਸ? ਕਿਸੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਜ਼ ਦਿਸ ਥਿੰਗ ਇਜ਼ ਐਕਸੈਪਟੇਬਲ? ਤੁਸੀਂ ਸੋਚ ਕੇ ਦੇਖੋ। ਲੋਕਾਂ ਲਈ ਕਾਨੂੰਨ ਬਣਾਏ ਜਾਂਦੇ, ਲੋਕੀ ਕਹਿੰਦੇ ਸਾਨੂੰ ਨਹੀਂ ਚਾਹੀਦੇ। ਭਾਈ ਨਹੀਂ ਚਾਹੀਦੇ ਤੇ ਫਿਰ ਤੁਸੀਂ ਤੇ ਲੋਕ ਰਿਪਰੈਜ਼ੈਂਟੇਟਿਵ ਹੋ ਗਏ ਹੋ, ਤੁਸੀਂ ਕਹੋ ਵੀ ਠੀਕ ਹੈ ਭਾਈ, ਨੋ ਅਸੀਂ ਬਣਾਵਾਂਗੇ। ਹੁਣ ਇਹ ਜਿਹੜੀ ਕਿੰਨੀ ਹਾਸੋਹੀਣੀ ਹਾਲਤ ਹੈ, ਐਕਚੁਅਲੀ ਉਹ ਬੀਜ ਹੈ ਜਿਹੜਾ ਪਿੱਛੋਂ ਆ ਰਿਹਾ, ਹੁਣ ਫਿਰ ਉਂਗਰ ਰਿਹਾ ਵੀ ਇਹ ਰਿਆਇਆ ਆ, ਸਾਡੀ ਰਿਆਇਆ ਸਾਡੇ ਤਰਸ ਤੇ ਹੈ। ਅਸੀਂ ਇਹਨਾਂ ਨੂੰ ਆਪ ਉਹ ਝਰੋਖੇ ਦਿੰਦੇ ਹੁੰਦੇ ਸੀ। ਮੁਗਲਾਂ ਨੇ ਝਰੋਖੇ ਚ ਆਉਣਾ, ਲੋਕਾਂ ਨੇ ਝੁਕ ਝੁਕ ਕੇ ਸਲਾਮ ਕਰਨੇ ਇਸ ਤਰੀਕੇ ਦੇ ਨਾਲ। ਜਿਹਨੇ ਨਹੀਂ ਕੀਤਾ ਉਹਨੇ ਕੋਈ ਗੱਲ ਨਹੀਂ, ਆਪਣਾ ਜਿਹੜਾ ਹੈਗਾ ਹੁਣ ਆਪਾਂ ਸਿੱਧੇ ਤੌਰ ਤੇ ਵੀ ਕੋੜੇ ਮਾਰ ਸਕਦੇ, ਪਰ ਐਵੇਂ ਨਹੀਂ, ਆਪਾਂ ਦੂਜੇ ਤਰੀਕੇ ਨਾਲ ਵੀ ਕੋੜੇ ਮਾਰਾਂਗੇ। ਉਹਨੂੰ ਫਿਰ ਹੋਰ ਤੰਗ ਕਰਨਾ, ਹੋਰ ਇਸ ਪਰੇਸ਼ਾਨ ਕਰਨਾ ਸਭ। ਅਖੀਰ ਉਹਨੇ ਫਿਰ ਆ ਕੇ ਡੋਲਾ ਲੈ ਕੇ ਘਰ ਆ ਜਾਣਾ, ਧੀਆਂ ਦੇਣੀਆਂ, ਇਹ ਸਭ ਫਿਰ ਉੱਥੇ ਭੰਗੜੇ ਪਾਉਣੇ। ਇਹ ਸਾਰੀ ਜਿਹੜੀ ਉਸ ਚੀਜ਼ ਵਿੱਚੋਂ ਆ ਰਹੀ ਹੈ। ਅੱਜ ਦਾ ਸਾਡਾ ਦੇਖੋ, ਜਿਹੜੇ ਵਿਆਹ ਸ਼ਾਦੀਆਂ ਸਾਡੇ ਹੁੰਦੀਆਂ ਨੇ ਇਸ ਰੂਪ ਦੇ ਵਿੱਚ, ਖੁਸ਼ੀ ਦਾ ਮਾਹੌਲ ਹੈ, ਇੰਤਹਾ ਦੀ ਖੁਸ਼ੀ ਹੈ। ਭਾਈ ਇਸ ਖੁਸ਼ੀ ਨੂੰ ਮਾਣੋ, ਇਹਨੂੰ ਦੁੱਖ 'ਚ ਕਿਉਂ ਬਦਲ ਰਹੇ ਹੋ? ਆ ਤੇ
ਕਰੋਨਾ ਕਰਕੇ ਕੁਝ ਚੀਜ਼ਾਂ ਲੋਕਾਂ ਨੇ ਥੋੜ੍ਹਾ ਕੰਟਰੋਲ ਉਸ ਰੂਪ ਵਿੱਚ ਨਜ਼ਰ ਪਿਆ। ਅਦਰਵਾਈਜ਼ ਤੁਸੀਂ ਪੰਜਾਬ ਵਿੱਚੋਂ ਕਿੰਨੀ ਵਾਰੀ ਇਹੋ ਜਿਹੀਆਂ ਖਬਰਾਂ ਸੁਣੀਆਂ ਹੋਣਗੀਆਂ, ਵਿਆਹ ਹੋ ਰਿਹਾ ਹੈ, ਨਾਚੇ ਨਾਚ ਕਰ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ, ਕਿਸੇ ਨੂੰ ਗੋਲੀ ਵੱਜ ਗਈ। ਹਰ ਹਫਤੇ 2-4 ਇਹੋ ਜਿਹੀਆਂ ਖਬਰਾਂ ਆਉਣੀਆਂ, ਬੰਦਾ ਮਰ ਗਿਆ, ਉੱਥੇ ਇਸ ਤਰੀਕੇ ਨਾਲ ਹੋ ਗਿਆ। ਇਹ ਕਾਹਦੀ ਖੁਸ਼ੀ ਹੋਈ ਭਾਈ? ਇਹ ਤੇ ਵਹਿਸ਼ੀਪੁਣਾ ਆ। ਇਹ ਵਹਿਸ਼ੀਪੁਣਾ, ਇਹਨੂੰ ਜਸਟੀਫਾਈ ਕਰਨਾ। ਗੁਰੂ ਬਾਬਾ ਜੀ ਨੇ ਤੇ ਸ਼ਬਦ ਬਾਣੀ 'ਚ ਲਿਖਿਆ ਹੀ ਹੈ, ਨੱਚਣਾ ਕੁੱਦਣਾ ਮਨ ਕਾ ਚਾਓ। ਭਾਈ ਇਹਦੇ ਵਾਸਤੇ ਨਹੀਂ ਲਿਖਿਆ ਹੈ ਨਾ। ਜਦੋਂ ਮਨ ਕਾ ਚਾਓ ਹੋਏਗਾ ਨਾ, ਸਾਡਾ ਤੇ ਆਈਡੀਅਲ ਬਹੁਤ ਉੱਚਾ ਆ। ਸਾਡਾ ਤੇ ਆਈਡੀਅਲ ਇਹ ਹੈਗਾ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ, ਕਿ ਜਾਂ ਕਹਿ ਕੰਚਨ ਮਾਟੀ ਮਨ। ਸਾਡਾ ਤੇ ਆਈਡੀਅਲ ਇਹ ਹੈ, ਹਰਖ ਸੋਗ ਤੇ ਰਹਿ ਨਿਆਰੋ, ਨਾ ਹੈ ਮਾਨ ਅਪਮਾਨਾ। ਹਰਖ ਸੋਗ, ਸੋਗ ਹੁੰਦੀ ਦੁੱਖ ਦੀ ਦਸ਼ਾ, ਹਰਖ ਹੁੰਦਾ ਖੁਸ਼ੀ। ਬਹੁਤ ਜਦੋਂ ਬੰਦਾ ਹਰਖ 'ਚ ਹੋਏ, ਭਾਈ ਇਹਦੇ 'ਚ ਇੱਕ ਬੈਲੈਂਸਡ ਅਪਰੋਚ ਅਡਾਪਟ ਕਰਨੀ। ਹਾਂ, ਖੁਸ਼ੀ ਮਨਾਓ, ਪੂਰੇ ਢੰਗ ਨਾਲ ਮਨਾਓ। ਮੈਂ ਤਾਂ ਰੀਸੈਂਟਲੀ ਗੁਰਦੁਆਰਾ ਸਾਹਿਬ ਦੇਖਿਆ ਕਿ ਉਹ ਬੱਚੇ ਦਾ ਵਿਆਹ ਸੀਗਾ, ਤੇ ਉਹ ਕਹਿੰਦੇ ਜੀ ਸਾਡੇ ਬੇਟੇ ਦਾ ਵਿਆਹ ਹੈਗਾ, ਤੇ ਅਸੀਂ ਸਾਰੇ ਦਿਨ ਦੇ ਲੰਗਰ ਦੀ ਸੇਵਾ ਲੈਣੀ ਹੈ। ਤੇ ਗੱਲਬਾਤ ਹੋਈ ਵੀ ਲੰਗਰ ਦੀ ਸੇਵਾ ਸਾਰੇ ਦਿਨ ਦੀ? ਕਹਿੰਦੇ ਹਾਂ। ਕਹਿੰਦੇ ਇੰਡੀਆ ਵੀ ਤੇ ਵਿਆਹ ਹੁੰਦੇ ਹੀ ਸੀਗੇ, 4-4 ਦਿਨ ਮਹਿਮਾਨ ਆਉਂਦੇ ਸੀ, ਕੜਾਈ ਚੜ੍ਹਦੀ ਸੀ, ਕਿੰਨੀ ਖੁਸ਼ੀ ਹੁੰਦੀ ਸੀ, ਕਿਸੇ ਨੂੰ ਖਵਾ ਕੇ, ਕਿਸੇ ਨੂੰ ਪਰੋਸ ਕੇ, ਕਿਸੇ ਨੂੰ ਦੇ ਕੇ। ਸੋ ਇਹ ਵਿਆਹ ਆ, ਸਵੇਰ ਤੋਂ ਸ਼ਾਮ ਤੱਕ ਸਾਰੀ ਸੰਗਤ ਸਾਡੀ ਮਹਿਮਾਨ ਹੈ। ਉਹੀ ਗੁਨਾ ਸਰਵਦਾ ਭਈ। ਆਹ ਤਰੀਕਾ ਆ ਖੁਸ਼ੀ ਦਾ ਇਜ਼ਹਾਰ। ਕਿਸੇ ਕੰਸਟਰਕਟਿਵ ਤੇ ਪ੍ਰੋਡਕਟਿਵ ਵੇ ਨਾਲ ਕਰੋ, ਡਿਸਟਰਕਟਿਵ ਵੇ ਨਾਲ ਨਹੀਂ, ਬਰਬਾਦੀ ਤਬਾਹੀ ਨਾਲ ਨਹੀਂ। ਬਾਕੀ ਗੱਲ ਹੈ, ਮਨ ਆ, ਮਨ ਨਾਚਾ ਆ, ਇਹ ਹਰ ਵਕਤ ਨੱਚ ਰਿਹਾ ਹੈ। ਇਹਦੀਆਂ ਥਾਪਾਂ ਤੇ ਤਾਲਾਂ ਬਦਲ ਲਈਆਂ ਨੇ ਤੁਸੀਂ। ਕੁਝ ਥਾਪਾਂ ਤੇ ਤਾਲਾਂ ਇਤਨੀਆਂ ਖਤਰਨਾਕ ਨੇ ਜਿਹੜੀਆਂ ਇਹ ਆਪ ਨੂੰ ਵੀ ਹਰਟ ਕਰੇਗਾ, ਦੂਜਿਆਂ ਨੂੰ ਵੀ ਹਰਟ ਕਰੇਗਾ। ਕੁਝ ਇਤਨੀਆਂ ਵਧੀਆ ਨੇ। ਇੱਕ ਰੰਗ ਹੋਰ ਹੈ, ਸਾਡੇ ਡਾਕਟਰ ਜਗਦੀਸ਼ ਸਿੰਘ ਪ੍ਰੋਫੈਸਰ ਸਾਹਿਬ ਸਾਨੂੰ ਕਿਹਾ ਕਰਦੇ ਹੁੰਦੇ ਸੀ, ਕਹਿੰਦੇ ਸੀ ਜਿਹਨੂੰ ਪੰਜਾਬ ਦੀ ਫਿਜ਼ਾਂ ਦੇ ਵਿੱਚ ਢੋਲ ਦੀ ਬੀਟ ਸਮਝ ਨਹੀਂ ਨਾ ਆਉਂਦੀ, ਉਸ ਨੂੰ ਕਹਿੰਦੇ ਗੁਰੂ ਸਾਹਿਬ ਦੇ ਗੌੜੀ ਦੀ ਵੀ ਸਮਝ ਨਹੀਂ ਆਉਣੀ। ਕਹਿੰਦੇ ਫੋਕ ਸਾਡੇ ਮਤਲਬ ਮੂੰਹ ਦੇ ਵਿੱਚੋਂ ਖਰ ਕੇ ਸਾਡੇ ਮਾਂ ਦੇ ਦੁੱਧ ਨਾਲ ਅੰਦਰ ਚਲਾ ਗਿਆ। ਸਾਰਾ ਗੁਰੂ ਗ੍ਰੰਥ ਸਾਹਿਬ ਫੋਕ ਨਾਲ ਭਰਿਆ ਆ। ਵਾਰਾਂ ਦੀਆਂ ਵਾਰਾਂ ਲਿਖੀਆਂ ਪਈਆਂ ਨੇ, ਘੋੜੀਆਂ, ਹਲਾਣੀਆਂ, 12 ਮਾਹ, ਦਿਨ ਰਹਿਣ ਦੇਖੋ ਤੇ ਸਹੀ ਤੁਸੀਂ। ਸੋ ਸਾਡੇ ਜੀਵਨ ਦਾ ਹਿੱਸਾ ਇਸ ਰੂਪ ਦੇ ਵਿੱਚ। ਪਰ ਇਹਦਾ ਇੱਕ ਸਟੈਂਡਰਡ ਆ। ਉਸ ਸਟੈਂਡਰਡ ਤੋਂ ਉਹਨੂੰ ਤੋੜ ਕੇ ਲੈ ਕੇ ਜਾਣਾ। ਸੰਗੀਤ ਜੀਵਨ ਲਈ ਬੜੀ ਜ਼ਰੂਰੀ ਚੀਜ਼ ਹੈ। ਸਾਡੇ ਘਰ ਤੇ ਜਿਹਨੂੰ ਸਾਜ਼ ਨਹੀਂ ਸੀ ਵਜਾਉਣਾ ਆਉਂਦਾ, ਉਹਨੂੰ ਸਿੱਖ ਨਹੀਂ ਸੀ ਮੰਨਿਆ ਜਾਂਦਾ। ਤੁਸੀਂ ਬਿਲੀਵ ਕਰੋ ਇਸ ਗੱਲ ਨੂੰ। ਸਾਡੇ ਘਰ ਦੇ ਤੇ ਯੋਧੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੀਆਂ ਹਸਤੀਆਂ, ਉਹਨਾਂ ਦੀ ਸਿਲੈਕਸ਼ਨ ਜਿਹੜੀ ਹੈ ਖਾਲਸਾ ਪੰਥ ਦੇ ਵਿੱਚ ਤਾਂ ਹੁੰਦੀ ਹੈ ਐਜ਼ ਏ ਜਿਹੜਾ ਕਿ ਉਹਨਾਂ ਨੂੰ ਜਦੋਂ ਟ੍ਰੇਨਿੰਗ ਤੇ ਵਲੰਟੀਅਰ ਦੇ ਤੌਰ ਤੇ ਲਿਆ ਜਾਂਦਾ, ਕਿਉਂਕਿ ਉਹਨਾਂ ਨੂੰ ਕੀਰਤਨ ਉਹ ਜਿਹੜਾ ਹੈਗਾ ਦਿਲਰੂਬਾ ਬੜਾ ਕਮਾਲ ਦਾ ਵਜਾਉਂਦੇ ਨੇ। ਕਿਹਾ ਬੱਚੇ ਨੂੰ ਰੱਖੋ ਨਾਲੇ, ਦਿਲਰੂਬਾ ਬੜਾ ਵਧੀਆ ਵਜਾਉਂਦਾ, ਮੁੜ ਕੇ ਉਹ ਮਹਾਨ ਯੋਧਾ ਬਣਦਾ ਸਾਡੇ ਘਰ ਦੇ ਵਿੱਚ। ਸੋ ਇਹ ਹੈ, ਸੰਗੀਤ ਨੂੰ ਸਹੀ ਰੂਪ ਵਿੱਚ ਸੁਣੋ, ਚੰਗੇ ਰੂਪ ਵਿੱਚ ਸੁਣੋ। ਗੁਰਬਾਣੀ ਦਾ ਸੰਗੀਤ ਹੈ, ਗੁਰਬਾਣੀ ਤੋਂ ਬਿਨਾਂ ਬਾਹਰਲੀ ਧਾਰਾ ਦੇ ਵਿੱਚ ਫੋਕ ਦਾ ਰੰਗ ਹੈ। ਹਰ ਚੀਜ਼ ਨੂੰ ਮਾਣੋ, ਪਰ ਆਪਣੇ ਜੀਵਨ ਨੂੰ ਉਚੇਰਾ ਚੁੱਕਣ ਵਾਸਤੇ। ਜਿਹੜਾ ਸੰਗੀਤ ਜਿਨ੍ਹਾਂ ਸਾਜ਼ਾਂ ਦੇ ਵਿੱਚ ਭਾਵੇਂ ਬਰਤਨ ਸੋਨੇ ਦੇ ਕਿਉਂ ਨਾ ਹੋਣ, ਜੇ ਉਹਨਾਂ 'ਚ ਜ਼ਹਿਰ ਪਿਆ ਆ ਤੇ ਉਹ ਜ਼ਹਿਰ ਤੇ ਤੁਹਾਨੂੰ ਖਤਮ ਕਰ ਦੇਗਾ। ਰੀਸੈਂਟਲੀ ਇੱਕ ਗਾਇਕ ਨੇ ਕੋਈ ਗੀਤ ਗਾਇਆ ਹੋਣਾ ਹੈ, ਸਾਨੂੰ 1984 ਭੁੱਲ ਗਈ ਕੋਈ ਇਸ ਤਰੀਕੇ ਦੇ ਨਾਲ। ਤੇ ਉਹ ਮੈਨੂੰ ਤਾਂ ਪਤਾ ਲੱਗਾ, ਬਾਈ ਚਾਂਸ ਮੈਂ ਸੁਣ ਨਹੀਂ ਪਾਇਆ, ਮੈਨੂੰ ਉਹਨੇ ਦੱਸਿਆ ਵੀ ਇਸ ਤਰੀਕੇ ਨਾਲ ਹੈਗਾ। ਮੈਨੂੰ ਬੱਚੇ ਦੱਸਿਆ, ਉਹ ਲਾਇਬ੍ਰੇਰੀ ਦੇ ਸਾਡੇ ਕੋਲ ਉੱਥੇ ਬੁੱਕਸ ਲੈਣ ਲਈ ਆ ਗਿਆ 1984 ਬਾਰੇ, ਕਿ ਮੈਨੂੰ ਬੁੱਕਸ ਚਾਹੀਦੀਆਂ ਨੇ। ਤੇ ਉਹ ਲਾਇਬ੍ਰੇਰੀਅਨ ਜਿਹੜੇ ਸੀਗੇ ਸੱਜਣ, ਮੈਂ ਉਹਨਾਂ ਨੂੰ ਕਿਹਾ ਦਿਓ। ਉਹ ਕਹਿੰਦੇ ਜੀ ਮੁੱਕ ਗਈਆਂ ਨੇ। ਮੈਂ ਕਿਹਾ ਮੁੱਕ ਗਈਆਂ ਨੇ? ਤੇ ਪਹਿਲੀ ਵਾਰੀ ਇਹ ਤੇ ਤੁਸੀਂ ਕਮਾਲ ਕੀਤੀ ਵੀ ਮੈਂ ਕੱਲ ਪਰਸੋਂ ਦੇ ਕੇ ਆਏ ਨੇ। ਉਹ ਕਹਿੰਦੇ ਜੀ ਸਵੇਰ ਦੇ ਪਤਾ ਨਹੀਂ ਕਿੰਨੇ ਬੱਚੇ ਲੈ ਗਏ ਨੇ ਆ ਕੇ। ਐਕਚੁਅਲੀ ਇਹਦਾ ਇੰਪੈਕਟ ਤੁਸੀਂ ਦੇਖੋ ਕਿੰਨਾ ਜ਼ਬਰਦਸਤ ਹੈ, ਪ੍ਰਭਾਵ। 2 ਨੌਜਵਾਨ ਬੱਚੀਆਂ ਨੋਵਾ ਸਕੋਸ਼ੀਆ ਜਾ ਰਹੀਆਂ, ਕਹਿੰਦੀਆਂ ਨੇ ਸਾਡੀ ਫਲਾਈਟ ਹੈ, ਨੋਵਾ ਸਕੋਸ਼ੀਆ ਜਾਣਾ ਹੈਗਾ, ਸਾਡੀ ਜੌਬ ਉੱਥੇ ਹੈਗੀ ਹੈ, ਤੇ ਵੀ ਐਕਚੁਅਲੀ ਜਸਟ ਕੇਮ ਹੇਅਰ ਟੂ ਗ੍ਰੈਬ ਸਮ ਬੁੱਕਸ। ਸੋ ਇਹ ਪ੍ਰਭਾਵ ਬੜਾ ਡੀਪ ਲੈਵਲ ਤੇ ਪੈਂਦਾ, ਪਰ ਜੇ ਸਮਝ ਹੋਏ ਤੇ। ਬਾਕੀ ਗੁਰੂ ਸਾਹਿਬ ਨੇ ਆਹ ਬਚਨ ਲਿਖਿਆ ਹੈਗਾ, ਗੁਰਮੁਖ ਗਾਵੈ ਗੁਰਮੁਖ ਨਾਚੈ। ਸਾਡਾ ਮਨ ਗਾ ਵੀ ਰਿਹਾ, ਨੱਚ ਵੀ ਰਿਹਾ,
ਪਰ ਗੁਰੂ ਵੱਲ ਮੂੰਹ ਕਰਕੇ ਨੱਚੇ, ਗੁਰੂ ਵੱਲ ਮੂੰਹ ਕਰਕੇ ਗਾਏ। ਭਾਵ ਸਾਡੇ ਜੀਵਨ ਵਿੱਚ ਗੁਰੂ ਦਾ ਪੈ ਹੋਏ। ਅੱਗੇ ਕਿਹਾ, ਹਰ ਸੇਤੀ ਚਿਤ ਲਾਵਣਿਆ, ਤੇਰੇ ਚੇਤੇ ਤੇਰੇ ਜ਼ਿਹਨ ਦੇ ਵਿੱਚ ਜੀਵਨ ਦੇ ਹਰ ਕੋਈ ਆਰਟ ਦਾ ਰੰਗ ਹੋਏ, ਕੋਈ ਜੀਵਨ ਦਾ ਰੂਪ ਤੂੰ ਜੀ ਰਿਹਾ ਹੈਗਾ, ਉਹਦੇ 'ਚ ਤੈਨੂੰ ਗੁਰੂ ਤੇ ਗੁਰੂ ਦਾ ਸੰਦੇਸ਼ ਕਦੀ ਨਾ ਭੁੱਲੇ, ਕਿਸੇ ਤਰੀਕੇ ਨਾਲ ਵੀ ਨਾ ਭੁੱਲੇ। ਸੋ ਇਹੋ ਜੀ ਆਭਾ ਇਹ ਸ਼ਬਦ ਸਾਨੂੰ ਦੇ ਰਿਹਾ ਹੈਗਾ। ਸਮਾਂ ਸਮਾਪਤ ਹੈ। ਇੱਕ ਵਾਰ ਫਿਰ ਭਾਈ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹੋ ਜਿਹੀਆਂ ਹਸਤੀਆਂ ਦਾ ਸੰਗ ਬਖਸ਼ਿਆ ਤੇ ਜੋ ਉਹਨਾਂ ਦਾ ਐਕਚੁਅਲੀ ਵਿਜ਼ਨ ਤੇ ਮਿਸ਼ਨ ਸੀਗਾ। ਵਿਜ਼ਨ ਇਹ ਸੀਗਾ ਕਿ ਗੁਰਬਾਣੀ ਹਰ ਹਿਰਦੇ ਤੱਕ ਪਹੁੰਚੇ, ਤੇ ਮਿਸ਼ਨ ਇਹ ਸੀਗਾ ਕਿ ਸਿੱਖੀ ਦੀ ਫੁਲਵਾੜੀ ਸਦਾ ਤੋਂ ਲੈ ਕੇ ਸਦਾ ਤੱਕ ਕਾਇਮ ਰਹੇ। ਤੇ ਮੈਂ ਸਮਝਦਾ ਉਹਦੇ 'ਚ ਸਾਡੀ ਵੀ ਅਰਦਾਸ ਹੈ, ਮਾਲਕ ਸਾਨੂੰ ਉਹਨਾਂ ਸਾਡੇ ਬਜ਼ੁਰਗਾਂ, ਸਾਡੇ ਪੁਰਖਿਆਂ ਦੇ ਪੈਰਾਂ 'ਤੇ ਤੁਰਨ ਦੀ ਸ਼ਕਤੀ ਦੇਈ, ਸਮਰੱਥਾ ਦੇਈ, ਤਾਂ ਕਿ ਅਸੀਂ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਸਾਕਾਰ ਹੁੰਦਿਆਂ ਵੇਖ ਸਕੀਏ, ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।